एक मंत्री साबका ਜਿਹੜੇ ਬੀਜੇਪੀ चल गए सी, बहुत सारे लोगों ਨੂੰ ਅਰਮਾਨ ਸੀ कि ਜਿਹੜੇ लोग ਬੀਜੇਪੀ चल जाते हैं उन्होंने हथ नहीं पाया जाता, पर किते ना किते विजिलेंस वालों एक बड़ा एक्शन जिहड़ा वो किया गया। परमिशन बकायदा लेगी कहते आ अपने मुख्यमंत्री होरां कोलों, ते मुख्यमंत्री उस दिन रात भर नहीं सुते इस उड़ीक च कि की उहदा बनदा है। बहुत सारी चर्चा च आ कि बहुत सारे जिहड़े पुराने मंत्री ते जां जिहड़े ब्यूरोक्रेट ने, अफसरशाह ने, उन्हां दीयां फाइलां जदों पहुंचदियां सीगीआं साबका मुख मंत्रियां कोल ते उन्हां दी परमिशन नहीं सी दित्ती जांदी इनकुआरी दी किसी भी केस दे विच। हुण जिहड़ा एक दो वड्डियां घटनावां होईयां ने पोपली तो लैके हुण तक, जिद्दां कुछ अफसरशाह फड़े गए, मंत्री फड़े गए, अपने आशू की जमानत नहीं हुई, चलो जिस तरह भी केस कोई सॉलिड होएगा तां करके ही अदालतां जिहड़ियां वो अगे अजे तक जमानत नहीं दे रही। ये सारा जिहड़ा करप्शन वाले उत्ते आ, इहदे विच तुहानूं की लग रहा है कि ये लोग इस तो प्रसन्न ने, नहीं प्रसन्न, जां लोकां नूं अजे भी लगता है कि नहीं जी ये ड्रामेबाजी है, दिखावा हुंदा ते बाद च निकलदा कुछ नहीं। ਉਹਦੇ 'ਚ ਕਰਪਸ਼ਨ ਦੇ ਵਿੱਚ ਜਿਹੜੇ ਇਨਵੋਲਵ ਰਹੇ ਲੋਕ ਨੇ ਉਹਨਾਂ ਦੀਆਂ ਗ੍ਰਿਫਤਾਰੀਆਂ ਜਾਂ ਉਹਨਾਂ ਤੇ ਸਖਤ ਨਜ਼ਰ ਤੇ ਉਹਦੀ ਪੁਣਛਾਣ, ਉਹਦੇ ਨਾਲ ਇੱਕ ਗੱਲ ਤਾਂ ਇਹ ਜਾ ਰਹੀ ਹੈ ਪੰਜਾਬ ਦੇ ਆਮ ਬੰਦੇ ਦੇ ਵਿੱਚ ਵੀ ਇਹ ਸਰਕਾਰ ਜਿਹੜੀ ਆਈ ਆਮ ਆਦਮੀ ਪਾਰਟੀ ਦੀ, ਇਹ ਕਰਪਸ਼ਨ ਦੇ ਮਾਮਲੇ ਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਹੈ ਚੌਕਸ ਹੈ ਤੇ ਇਸ ਗੱਲ ਦਾ ਦਾਅਵਾ ਵੀ ਭਗਵੰਤ ਮਾਨ ਪੂਰੀ ਕਰ ਰਹੇ ਨੇ ਵੀ 2200 ਦੇ ਕਰੀਬ ਜਿਹੜੇ ਭ੍ਰਿਸ਼ਟ ਲੋਕ ਨੇ ਉਹਨਾਂ ਨੂੰ ਇਹ ਸਰਕਾਰ ਨੇ ਜੇਲ੍ਹ ਦੇ ਵਿੱਚ ਪਹੁੰਚਾ ਦਿੱਤਾ ਹੈ। ਜਿਹੜੇ ਲੋਕ ਭ੍ਰਿਸ਼ਟ ਨੇ ਉਹਨਾਂ ਪ੍ਰਤੀ ਇਹ ਸਰਕਾਰ ਦੇ ਮਨ ਦੇ ਵਿੱਚ ਕਿਸੇ ਕਿਸਮ ਦੀ ਨਰਮੀ ਨਹੀਂ ਹੈ। ਇਹ ਸਵਾਲ ਵੀ ਉੱਠਦੇ ਨੇ ਵੀ ਜਿਸ ਤਰੀਕੇ ਦੇ ਨਾਲ ਹੋਣਾ ਚਾਹੀਦਾ ਉਵੇਂ ਨਹੀਂ ਹੋ ਰਿਹਾ। ਖਾਸ ਤੌਰ ਤੇ ਵਿਜੇ ਸਿੰਗਲਾ ਦੇ ਮਾਮਲੇ ਦੇ ਵਿੱਚ ਵੀ ਉਹਨੂੰ ਪਹਿਲਾਂ ਬਰਖਾਸਤ ਕੀਤਾ ਗਿਆ, ਗ੍ਰਿਫਤਾਰ ਵੀ ਕੀਤਾ ਗਿਆ, ਪਰ ਓਵਰਆਲ ਜਦੋਂ ਅਸੀਂ ਦੇਖਦੇ ਹਾਂ ਤੇ ਜਿਹੜੇ ਕਰਪਸ਼ਨ ਦੇ ਵਿੱਚ ਜਿਨ੍ਹਾਂ ਤੇ ਇਲਜ਼ਾਮ ਲੱਗਦੇ ਨੇ ਭ੍ਰਿਸ਼ਟਾਚਾਰ ਦੇ, ਚਾਹੇ ਉਹ ਪਿਛਲੀ ਸਰਕਾਰ 'ਚ ਸੀਗੇ ਤੇ ਚਾਹੇ ਕੋਈ ਵੀ ਹੈ, ਚਾਹੇ ਜਿਹੜਾ ਇਹ ਗੱਲ ਵੀ ਆ ਰਹੀ ਸੀ ਜਿਹੜਾ ਤੁਸੀਂ ਵੀ ਜ਼ਿਕਰ ਕੀਤਾ ਵੀ ਜਿਹੜੇ ਲੋਕ ਇਸ ਗੱਲੋਂ ਡਰਦੇ ਮਾਰੇ ਜਿਹੜੇ ਆ ਭਾਰਤੀ ਜਨਤਾ ਪਾਰਟੀ ਚਲੇ ਗਏ ਵੀ ਕੇਂਦਰੀ ਸੱਤਾ ਜਿਹੜੀ ਹੈ ਉਹ ਫਿਰ ਉਹਨਾਂ ਦੀ ਹੈਲਪ ਕਰੇਗੀ ਤੇ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਏਗੀ, ਪਰ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋਈ ਹੈ। ਸਾਡੇ ਸਾਹਮਣੇ ਹੈ ਸ਼ਾਮ ਸੁੰਦਰ ਅਰੋੜਾ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ। ਪ੍ਰਾਈਮ ਟਾਈਮ ਸ਼ੋਅ ਦਾ ਹੋ ਗਿਆ ਸਮਾਂ। ਆਪਣੇ ਦਰਸ਼ਕਾਂ ਦਾ ਕਰਦੇ ਸਵਾਗਤ ਤੇ ਨਾਲ ਹੀ ਦਸਾਂਝ ਸਾਹਿਬ ਦਾ ਸਵਾਗਤ ਕਰਦੇ ਹਾਂ। ਚੰਡੀਗੜ੍ਹ ਸਟੂਡੀਓ ਤੋਂ ਜੁੜ ਗਏ ਨੇ ਦਸਾਂਝ ਸਾਹਿਬ ਸਾਡੇ ਨਾਲ। ਸਤਿ ਸ਼੍ਰੀ ਅਕਾਲ ਦਸਾਂਝ ਸਾਹਿਬ, ਜੀ ਆਇਆਂ ਨੂੰ ਜੀ। ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ ਦਿਲਜੀਤ ਤੇ ਟੀਵੀ ਪੰਜਾਬੀ ਦੁਨੀਆ ਦੇ ਸਾਰੇ ਦਰਸ਼ਕਾਂ ਦਾ ਵੀ ਚੰਡੀਗੜ੍ਹ ਸਟੂਡੀਓ ਤੋਂ ਸਵਾਗਤ ਹੈ ਜੀ। ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਜੀ। ਦਸਾਂਝ ਸਾਹਿਬ, ਵੀਕਐਂਡ ਲੰਘਿਆ ਤੇ ਇੱਕ ਵੱਡਾ ਘਟਨਾਕ੍ਰਮ ਹੋਇਆ ਪੰਜਾਬ 'ਚ। ਪੰਜਾਬ ਸਰਕਾਰ ਕਰਪਸ਼ਨ ਨੂੰ ਲੈ ਕੇ ਕਾਫੀ ਗੰਭੀਰ ਨਜ਼ਰ ਆ ਰਹੀ ਹੈ ਸਾਨੂੰ ਕਿਤੇ ਨਾ ਕਿਤੇ। ਇੱਕ ਮੰਤਰੀ ਸਾਬਕਾ ਜਿਹੜੇ ਬੀਜੇਪੀ ਚਲ ਗਏ ਸੀ, ਬਹੁਤ ਸਾਰੇ ਲੋਕਾਂ ਨੂੰ ਅਰਮਾਨ ਸੀ ਕਿ ਜਿਹੜੇ ਲੋਕ ਬੀਜੇਪੀ ਚਲ ਜਾਂਦੇ ਆ ਉਹਨਾਂ ਨੂੰ ਹੱਥ ਨਹੀਂ ਪਾਇਆ ਜਾਂਦਾ, पर किते ना किते विजिलेंस वालों एक बड़ा एक्शन जिहड़ा वो किया गया। एक इस तरह का पता नहीं उन्होंने की रिवर्स की बोलते हैं, इस तरह का उन्होंने किया कि परमिशन बकायदा लेगी कहते आ अपने मुख्यमंत्री होरां कोलों, ते मुख्यमंत्री उस दिन रात भर नहीं सुते इस उड़ीक च कि की उहदा बनदा है। तो एक वड्डी खबर यह भी बहुत सारी चर्चा च आ कि बहुत सारे जिहड़े पुराने मंत्री ते जां जिहड़े ब्यूरोक्रेट ने, अफसरशाह ने, उन्हां दीयां फाइलां जदों पहुंचदियां सीगीआं साबका मुख मंत्रियां कोल ते उन्हां दी परमिशन नहीं सी दित्ती जांदी इनकुआरी दी किसी भी केस दे विच। ते फिर जिहड़े विजिलेंस वाले सी वो जिस तरह हुण होया पैसा धेला लै के ते उह चीज़ नूं गई आई कर छड्डदे सीगे। हुण जिहड़ा एक दो वड्डियां घटनावां होईयां ने पोपली तो लैके हुण तक, जिद्दां कुछ अफसरशाह फड़े गए, मंत्री फड़े गए, अपने आशू की जमानत नहीं हुई, चलो जिस तरह भी केस कोई सॉलिड होएगा तां करके ही अदालतां जिहड़ियां वो अगे अजे तक जमानत नहीं दे रही।
ਇਹ ਸਾਰਾ ਜਿਹੜਾ ਕਰਪਸ਼ਨ ਵਾਲੇ ਉੱਤੇ ਆ, ਇਹਦੇ ਵਿੱਚ ਤੁਹਾਨੂੰ ਕੀ ਲੱਗ ਰਿਹਾ ਹੈ ਕਿ ਇਹ ਲੋਕ ਇਹ ਤੋਂ ਪ੍ਰਸੰਨ ਨੇ, ਨਹੀਂ ਪ੍ਰਸੰਨ, ਜਾਂ ਲੋਕਾਂ ਨੂੰ ਅਜੇ ਵੀ ਲੱਗਦਾ ਹੈ ਕਿ ਨਹੀਂ ਜੀ ਇਹ ਡਰਾਮੇਬਾਜ਼ੀ ਹੈ, ਦਿਖਾਵਾ ਹੁੰਦਾ ਤੇ ਬਾਅਦ ਚ ਨਿਕਲਦਾ ਕੁਝ ਨਹੀਂ? ਤੁਹਾਨੂੰ ਕਿਸ ਤਰ੍ਹਾਂ ਲੱਗ ਰਿਹਾ ਕਿ ਲੋਕ ਇਹਨੂੰ ਕਿਸ ਤਰ੍ਹਾਂ ਲੈ ਰਹੇ ਆ? ਦੋ ਗੱਲਾਂ ਨੇ ਜੀ ਇਹਦੇ ਚ, ਦੋ ਹੀ ਗੱਲਾਂ ਜਿਹੜੀਆਂ ਤੁਸੀਂ ਆਪਣੇ ਸ਼ੁਰੂਆਤੀ ਸਵਾਲ ਦੇ ਵਿੱਚ ਵੀ ਕੀਤੀਆਂ। ਸ਼ਾਮ ਸੁੰਦਰ ਅਰੋੜਾ ਦੀ ਗ੍ਰਿਫਤਾਰੀ, ਈਵਨ ਵਿਜੀਲੈਂਸ ਦੇ ਅਫਸਰ ਨੂੰ ਵੀ ਰਿਸ਼ਵਤ ਦੇਣ ਦਾ ਮਾਮਲਾ, ਰਿਸ਼ਵਤ ਦੇਣ ਦੀ ਕੋਸ਼ਿਸ਼ ਦਾ ਮਾਮਲਾ, 50 ਲੱਖ ਰੁਪਏ ਤਾਂ ਜਿਹਦੇ ਕੇਸ ਫਾਈਲਸ ਜਿਹੜੀਆਂ ਉਹ ਨਾ ਓਪਨ ਹੋਣ, ਇਹ ਸਾਰਾ ਕੁਝ ਜਦੋਂ ਸਾਡੇ ਸਾਹਮਣੇ ਆ ਰਿਹਾ ਤੇ ਉਹਦੇ ਨਾਲ ਨਾਲ ਕੁਝ ਹੋਰ ਮਾਮਲੇ ਜਿੱਦਾਂ ਦਾ ਤੁਸੀਂ ਵੀ ਜ਼ਿਕਰ ਕੀਤਾ, ਉਹਦੇ 'ਚ ਕਰਪਸ਼ਨ ਦੇ ਵਿੱਚ ਜਿਹੜੇ ਇਨਵੋਲਵ ਰਹੇ ਲੋਕ ਨੇ, ਉਹਨਾਂ ਦੀਆਂ ਗ੍ਰਿਫਤਾਰੀਆਂ ਜਾਂ ਉਹਨਾਂ ਤੇ ਸਖਤ ਨਜ਼ਰ ਤੇ ਉਹਦੀ ਪੁਣਛਾਣ, ਉਹਦੇ ਨਾਲ ਇੱਕ ਗੱਲ ਤਾਂ ਇਹ ਜਾ ਰਹੀ ਹੈ ਪੰਜਾਬ ਦੇ ਆਮ ਬੰਦੇ ਦੇ ਵਿੱਚ ਵੀ ਇਹ ਸਰਕਾਰ ਜਿਹੜੀ ਆਈ ਆਮ ਆਦਮੀ ਪਾਰਟੀ ਦੀ, ਇਹ ਕਰਪਸ਼ਨ ਦੇ ਮਾਮਲੇ ਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਹੈ ਚੌਕਸ ਹੈ। ਤੇ ਕਰਪਟ ਜਿਹੜੇ ਲੋਕ ਨੇ, ਚਾਹੇ ਉਹ ਇਹਨਾਂ ਦੀ ਆਪਣੀ ਧਿਰ ਦੇ ਹੋਣ, ਸਰਕਾਰ ਦੇ ਵਿੱਚ ਹੀ ਹੋਣ, ਜਿੱਦਾਂ ਵਿਜੇ ਸਿੰਗਲਾ ਜਿਹੜਾ ਸਿਹਤ ਮੰਤਰੀ ਸੀ, ਉਹਨੂੰ ਬਰਖਾਸਤ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ, ਤੇ ਚਾਹੇ ਵਿਰੋਧੀ ਧਿਰ ਦੇ ਹੋਣ, ਇਹਦੇ ਤੇ ਬੜੇ ਸਖਤ ਨੇ। ਤੇ ਕਰਪਟ ਲੋਕਾਂ ਵਾਸਤੇ ਇਸ ਸਰਕਾਰ ਦੇ ਵਿੱਚ ਵੀ ਜਾਂ ਇਸ ਸਰਕਾਰ ਤੋਂ ਪਹਿਲਾਂ ਜਿਹੜੇ ਲੋਕ ਸੀ ਉਹਨਾਂ ਵਾਸਤੇ ਮੁਸ਼ਕਲ ਸਥਿਤੀ ਬਣੇਗੀ ਤੇ ਉਹ ਬਣ ਰਹੀ ਹੈ। ਤੇ ਇਸ ਗੱਲ ਦਾ ਦਾਅਵਾ ਵੀ ਭਗਵੰਤ ਮਾਨ ਪੂਰੀ ਕਰ ਰਹੇ ਨੇ ਵੀ 2200 ਦੇ ਕਰੀਬ ਜਿਹੜੇ ਭ੍ਰਿਸ਼ਟ ਲੋਕ ਨੇ ਉਹਨਾਂ ਨੂੰ ਇਹ ਸਰਕਾਰ ਨੇ ਜੇਲ੍ਹ ਦੇ ਵਿੱਚ ਪਹੁੰਚਾ ਦਿੱਤਾ ਹੈ। ਤੇ ਇੱਕ ਗੱਲ ਤਾਂ ਇਹ ਗੱਲ ਚੰਗੀ ਜਾ ਰਹੀ ਆ, ਪੰਜਾਬ ਦਾ ਆਮ ਬੰਦਾ ਇਹ ਸੋਚ ਰਿਹਾ ਵੀ ਘੱਟੋ ਘੱਟ ਜਿਹੜੇ ਲੋਕ ਭ੍ਰਿਸ਼ਟ ਨੇ ਉਹਨਾਂ ਪ੍ਰਤੀ ਇਸ ਸਰਕਾਰ ਦੇ ਮਨ ਦੇ ਵਿੱਚ ਕਿਸੇ ਕਿਸਮ ਦੀ ਨਰਮੀ ਨਹੀਂ ਹੈ। ਵੱਖਰੀ ਗੱਲ ਹੈ ਕਿ ਸਵਾਲ ਵੀ ਉੱਠਦੇ ਨੇ ਵੀ ਜਿਸ ਤਰੀਕੇ ਦੇ ਨਾਲ ਹੋਣਾ ਚਾਹੀਦਾ ਉਵੇਂ ਨਹੀਂ ਹੋ ਰਿਹਾ। ਖਾਸ ਤੌਰ ਤੇ ਵਿਜੇ ਸਿੰਗਲਾ ਦੇ ਮਾਮਲੇ ਦੇ ਵਿੱਚ ਵੀ ਉਹਨੂੰ ਪਹਿਲਾਂ ਬਰਖਾਸਤ ਕੀਤਾ ਗਿਆ, ਗ੍ਰਿਫਤਾਰ ਵੀ ਕੀਤਾ ਗਿਆ, ਫਿਰ ਬਾਅਦ ਵਿੱਚ ਉਹਦੀ ਜ਼ਮਾਨਤ ਹੋ ਗਈ ਹੈ ਤੇ ਹੁਣ ਉਹ ਖੁੱਲ੍ਹੇਆਮ ਨੇ ਘੁੰਮ ਰਹੇ ਨੇ। ਇਹ ਸਵਾਲ ਵੀ ਲੋਕ ਉਠਾ ਰਹੇ ਨੇ ਵੀ ਉਹ ਇੱਕ ਕੋਈ ਸ਼ਾਇਦ ਸੰਗਰੂਰ ਦੀ ਚੋਣ ਤੋਂ ਪਹਿਲਾਂ ਕੋਈ ਇੱਕ ਕਿਸਮ ਦਾ ਰਾਜਨੀਤਿਕ ਜਿਹੜਾ ਇੱਕ ਡਰਾਮਾ ਵੀ ਮੰਨਿਆ ਜਾ ਰਿਹਾ। ਪਰ ਓਵਰਆਲ ਜਦੋਂ ਅਸੀਂ ਦੇਖਦੇ ਹਾਂ ਤੇ ਜਿਹੜੇ ਕਰਪਸ਼ਨ ਦੇ ਵਿੱਚ ਜਿਨ੍ਹਾਂ ਤੇ ਇਲਜ਼ਾਮ ਲੱਗਦੇ ਰਹੇ ਭ੍ਰਿਸ਼ਟਾਚਾਰ ਦੇ, ਚਾਹੇ ਉਹ ਪਿਛਲੀ ਸਰਕਾਰ 'ਚ ਸੀਗੇ ਤੇ ਚਾਹੇ ਕੋਈ ਵੀ ਹੈ, ਚਾਹੇ ਜਿਹੜਾ ਇਹ ਗੱਲ ਵੀ ਆ ਰਹੀ ਸੀ ਜਿਹੜਾ ਤੁਸੀਂ ਵੀ ਜ਼ਿਕਰ ਕੀਤਾ ਵੀ ਜਿਹੜੇ ਲੋਕ ਇਸ ਗੱਲੋਂ ਡਰਦੇ ਮਾਰੇ ਜਿਹੜੇ ਆ ਭਾਰਤੀ ਜਨਤਾ ਪਾਰਟੀ ਚਲੇ ਗਏ ਵੀ ਕੇਂਦਰੀ ਸੱਤਾ ਜਿਹੜੀ ਹੈ ਉਹ ਫਿਰ ਉਹਨਾਂ ਦੀ ਹੈਲਪ ਕਰੇਗੀ ਤੇ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਏਗੀ। ਪਰ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋਈ ਹੈ, ਸਾਡੇ ਸਾਹਮਣੇ ਹੈ। ਸ਼ਾਮ ਸੁੰਦਰ ਅਰੋੜਾ ਜਿਹੜੇ ਸਾਬਕਾ ਮੰਤਰੀ ਕੈਪਟਨ ਅਮਰਿੰਦਰ ਦੀ ਸਰਕਾਰ ਸੀਗੇ ਤੇ ਹੁਣ ਉਹ ਭਾਰਤੀ ਜਨਤਾ ਪਾਰਟੀ ਜਾ ਚੁੱਕੇ ਆ। ਸੋ ਆਮ ਲੋਕਾਂ ਦੇ ਵਿੱਚ ਇਸ ਗੱਲ ਦਾ ਪ੍ਰਭਾਵ ਚੰਗਾ ਪੈ ਰਿਹਾ ਵੀ ਇਹ ਸਰਕਾਰ ਕਰਪਟ ਕਿਸਮ ਦੇ ਲੋਕ ਜਿਹੜੇ ਖਾਸ ਤੌਰ ਤੇ ਪੋਲੀਟੀਕਲ ਕਰਪਸ਼ਨ ਜਿਹੜੀ ਹੋਈ ਹੈ ਉਹਦੇ ਖਿਲਾਫ ਬੜੇ ਸਖਤ ਕਦਮ ਚੁੱਕ ਰਹੀ ਹੈ। ਤੇ ਜਿਹੜੀ ਅਫਸਰਸ਼ਾਹੀ ਆ ਉਹਨਾਂ 'ਚ ਵੀ ਜਿਹੜੇ ਕਰਪਟ ਲੋਕ ਨੇ, ਚਾਹੇ ਪੁਲਿਸ ਡਿਪਾਰਟਮੈਂਟ ਨੇ, ਉਹਨਾਂ ਪ੍ਰਤੀ ਵੀ ਕਿਸੇ ਕਿਸਮ ਦੀ ਕੋਈ ਨਰਮੀ ਇਸ ਸਰਕਾਰ ਦੇ ਮਨ 'ਚ ਨਹੀਂ ਹੈ। ਸੋ ਇਹ ਇੱਕ ਚੰਗਾ ਪੱਖ ਹੈ ਇਸ ਸਰਕਾਰ ਦਾ ਤੇ ਲੋਕਾਂ ਦੇ ਵਿੱਚ ਇਸ ਗੱਲ ਦੀ ਕਾਫੀ ਪ੍ਰਸ਼ੰਸਾ ਹੋ ਰਹੀ ਹੈ। ਅੱਛਾ, ਕੇਂਦਰ ਦੀ ਗੱਲ ਕਰੀਏ ਦਸਾਂਝ ਸਾਹਿਬ, ਆਪਾਂ ਜਿਹੜੇ ਭਾਰਤ 'ਚ ਵਸਦੇ ਲੋਕ ਨੇ, ਤੁਹਾਡੇ ਤੋਂ ਰਿਪੋਰਟਾਂ ਆਉਂਦੀਆਂ ਨੇ, ਅਸੀਂ ਦੂਰ ਬੈਠੇ ਸ਼ਾਇਦ ਉਦਾਂ ਦਾ ਅੰਦਾਜ਼ਾ ਨਾ ਲਾ ਸਕੀਏ, ਆਪਾਂ ਹਮੇਸ਼ਾ ਕੇਂਦਰ ਦੀ ਸਰਕਾਰ ਨੂੰ ਕ੍ਰਿਟਿਸਾਈਜ਼ ਕਰਦੇ ਹਾਂ ਕਿ ਇਸ ਦੌਰ ਦੇ ਵਿੱਚ ਲੋਕਾਂ ਦੀ ਹਾਲਤ ਵੱਧ ਤੋਂ ਬਦਤਰ ਹੁੰਦੀ ਗਈ, ਲੋਕਾਂ ਦੀ ਪਰਚੇਜ਼ਿੰਗ ਪਾਵਰ ਘਟਦੀ ਗਈ ਔਰ ਲੋਕ ਜਿਹੜੇ ਆ ਉਹ ਕਾਫੀ ਜ਼ਿਆਦਾ ਔਖਿਆਈ ਮਹਿਸੂਸ ਕਰ ਰਹੇ ਆ। ਖੁਦ ਸਰਕਾਰ ਦਾ ਮੰਨਣਾ ਹੈ ਕਿ 80 ਕਰੋੜ ਲੋਕਾਂ ਨੂੰ ਅਸੀਂ ਫ੍ਰੀ ਫੂਡ ਦੇ ਰਹੇ ਹਾਂ ਤੇ ਜਿਹੜੇ ਮੁਲਕ ਦੇ ਵਿੱਚ 80 ਕਰੋੜ ਲੋਕ ਆਪਣੀ ਰੋਟੀ ਪਾਣੀ ਦਾ ਪ੍ਰਬੰਧ ਨਾ ਕਰ ਸਕਦੇ ਹੋਣ ਤੇ ਉਸ ਮੁਲਕ ਦੀ ਹਾਲਤ ਕੀ ਹੋਊਗੀ, ਇਹਦਾ ਸਹੀ ਜਿਹਾ ਅਨੁਮਾਨ ਲਾਇਆ ਜਾ ਸਕਦਾ। ਦੂਜੇ ਪਾਸੇ ਰਿਪੋਰਟਾਂ ਜਿਹੜੀਆਂ ਇੰਟਰਨੈਸ਼ਨਲ ਲੈਵਲ ਤੇ ਆਉਂਦੀਆਂ ਨੇ, ਮੇਰੇ ਸਾਹਮਣੇ ਇੱਕ ਰਿਪੋਰਟ ਹੈ ਜਿਹੜੀ ਰਿਪੋਰਟ ਜਿਹੜੀ ਹੈ UN ਨੇ ਦਿੱਤੀ ਹੈ ਜੀ। ਉਹਨਾਂ ਨੇ ਕਿਹਾ ਕਿ 2019 ਤੋਂ ਲੈ ਕੇ 2021 ਤੱਕ ਪਹੁੰਚਦਿਆਂ ਭਾਰਤ ਵਿੱਚ ਜਿਹੜੇ ਗਰੀਬ ਲੋਕ ਸੀਗੀ ਉਹਨਾਂ ਦੀ ਸੰਖਿਆ ਜਾਂ ਗਿਣਤੀ 415 ਮਿਲੀਅਨ ਜਿਹੜੀ ਉਹ ਘੱਟ ਹੋ ਗਈ ਆ ਤੇ ਇਹ ਇੱਕ ਇਤਿਹਾਸਕ ਬਦਲਾਅ ਆ। ਬਹੁਤ ਉਹਨੂੰ ਐਪਰੀਸ਼ੀਏਟ ਕੀਤਾ ਜਾ ਰਿਹਾ ਵਾ UN ਵੱਲੋਂ।
इस तरह ਦੀਆਂ जो रिपोर्टां आउंदियां ने किद्दां मतलब वो एनालिसिस करते ने कि ग्राउंड ते जाके हकीकतां भी वेखदे ने जां फिर जिस तरह ਦਾ ਸਰਕਾਰ ਪ੍ਰੋਪੇਗੈਂਡਾ ਕਰਦੀ ਉਸ ਤੋਂ ਪ੍ਰਭਾਵਿਤ ਹੋ ਕੇ ਰਿਪੋਰਟਾਂ ਬਣ ਜਾਂਦੀਆਂ ਨੇ। ਜਿਹੜੇ ਉੱਥੇ ਵੱਸਦੇ ਲੋਕ ਨੇ ਉਹਨਾਂ ਨੂੰ ਤਾਂ ਕੋਈ ਤਬਦੀਲੀ ਨਜ਼ਰ ਨਹੀਂ ਆ ਰਹੀ। ਯੂਐਨ ਕਹਿ ਰਿਹਾ 400 ਮਿਲੀਅਨ 15 ਮਿਲੀਅਨ ਲੋਕ ਗਰੀਬੀ ਦੀ ਦਲਦਲ ਚੋਂ ਨਿਕਲ ਗਏ ਤੇ ਇੱਕ ਇਤਿਹਾਸਕ ਤਬਦੀਲੀ ਹੋ ਗਈ ਆ। ਇਹਨੂੰ ਤੁਸੀਂ ਕਿਸ ਤਰ੍ਹਾਂ ਦੇਖੋਗੇ? ਦੂਜੇ ਪਾਸੇ ਰੁਪਈਆ 82 83 ਤੇ ਤੁਰਿਆ ਫਿਰਦਾ ਡਾਲਰ ਤੇ ਸਾਡੀ ਵਿੱਤ ਮੰਤਰੀ ਸਾਹਿਬਾਂ ਕਹਿੰਦੀ ਆ ਕਿ ਰੁਪਈਆ ਤੇ ਉੱਥੇ ਹੀ ਖੜਾ, ਰੁਪਈਏ ਨੂੰ ਕੋਈ ਫਰਕ ਨਹੀਂ ਪਿਆ, ਡਾਲਰ ਐਵੇਂ ਥੋੜਾ ਜਿਹਾ ਮਜ਼ਬੂਤ ਜਿਹਾ ਹੋ ਗਿਆ, ਸਾਨੂੰ ਕੋਈ ਨਹੀਂ, ਅਸੀਂ ਤਾਂ ਉੱਥੇ ਹੀ ਆ। ਕਿਹਨੂੰ ਕਿੱਦਾਂ ਲਿਆ ਜਾਵੇ ਇਹਨਾਂ ਸਟੇਟਮੈਂਟ ਨੂੰ? ਕਿਉਂ ਜੀ? ਮਤਲਬ ਇਕਨੋਮਿਕਸ ਉਹਨਾਂ ਪੜ੍ਹੀ ਆ, ਉਹ ਕਹਿੰਦੇ ਆ ਕਿ ਸਾਡਾ ਰੁਪਈਆ ਮਜ਼ਬੂਤ ਹੈ, ਸਾਨੂੰ ਕੋਈ ਫਰਕ ਨਹੀਂ ਪਿਆ, ਡਾਲਰ ਥੋੜਾ ਜਿਹਾ ਵੱਧ ਗਿਆ ਹੋਊਗਾ, ਫਿਰ ਕੀ ਆ? ਜਦੋਂ ਭਾਰਤ ਆਜ਼ਾਦ ਹੋਇਆ ਤੇ ਉਸ ਵੇਲੇ ਦੀ ਜਿਹੜੀ ਸਥਿਤੀ ਸੀਗੀ ਭਾਰਤੀ ਰੁਪਏ ਦੀ ਤੇ ਅਮਰੀਕਨ ਡਾਲਰ ਦੀ, ਉਹ ਇੱਕੋ ਜਿਹੀ ਸੀ। 1 ਰੁਪਇਆ ਸੀ ਤੇ ਅਮਰੀਕਨ ਡਾਲਰ ਵੀ 1 ਰੁਪਇਆ ਸੀ ਤੇ ਹੁਣ ਅਸੀਂ 82 ਰੁਪਏ ਤੱਕ ਡਿੱਗੇ ਆ। ਮਤਲਬ $1 ਜਿਹੜਾ ਆ ਉਹ 82 ਰੁਪਏ ਉਹਦੇ ਸਾਨੂੰ ਮਿਲਦੇ ਆ। ਤੇ ਇਸ ਗੱਲ ਨੂੰ ਜਿਹੜੇ ਪੰਜਾਬ 'ਚ ਬੈਠੇ ਜਿਹੜੇ ਲੋਕ ਆ ਉਹ ਚੰਗਾ ਸਮਝਦੇ ਆ ਵੀ ਹਾਂ ਵੀ ਅਮਰੀਕਾ 'ਚ ਬੈਠਾ, ਕੈਨੇਡਾ 'ਚ ਬੈਠਾ ਸਾਡਾ ਬੱਚਾ ਜਾਂ ਸਾਡਾ ਰਿਸ਼ਤੇਦਾਰ ਜਦੋਂ ਸਾਨੂੰ $100 ਭੇਜਦਾ ਤੇ ਉਹ 8200 ਰੁਪਇਆ ਹੋ ਜਾਂਦਾ ਹੈ, ਜਾਂ ਕੈਨੇਡੀਅਨ ਡਾਲਰ ਦੇ ਨਾਲ 6500 ਰੁਪਏ ਮਿਲ ਜਾਂਦਾ ਹੈ। ਤੇ ਇਹ ਤਾਂ ਖੁਸ਼ ਹੁੰਦੇ ਆ ਸਾਡੇ ਵਾਲੇ ਲੋਕ। ਪਰ ਇਨ ਰਿਐਲਿਟੀ ਜਦੋਂ ਆਪਾਂ ਦੇਖਦੇ ਆ ਤੇ ਵੀ ਉਹ ਜਿਹੜਾ ਉਹ ਸਾਰਾ ਕੁਝ ਜਿਹੜਾ ਤੁਹਾਡੇ ਉੱਤੇ ਜਿਹੜਾ ਭਾਰ ਪੈ ਗਿਆ ਵੀ ਤੁਹਾਡੇ ਰੁਪਏ ਦੀ ਕੀਮਤ ਇੰਨੀ ਡਿੱਗ ਗਈ ਹੈ, ਜਿਹੜੀ ਚੀਜ਼ ਅੱਗੇ ਤੁਹਾਨੂੰ 1 ਰੁਪਏ ਦੀ ਮਿਲਦੀ ਸੀ ਉਹ ਹੁਣ 82 ਰੁਪਏ ਦੀ ਮਿਲਦੀ ਹੈ। ਤੇ ਫਿਰ ਹੌਲੀ ਹੌਲੀ ਜਿਹੜੀ ਸਮਝ ਆਉਂਦੀ ਹੈ ਵੀ ਅਸੀਂ ਕਿੱਥੇ ਖੜ ਗਏ ਆ। ਕਿ ਸੀਤਾਰਮਨ ਦੀਆਂ ਗੱਲਾਂ ਜਿਹੜੀਆਂ ਉਹ ਕਾਗਜ਼ੀ ਹੋ ਸਕਦੀਆਂ, ਉਹ ਗੱਲਾਂ ਜਿਹੜੀਆਂ ਲੋਕਾਂ ਨੂੰ ਭਰਮਾ ਸਕਦੀਆਂ ਸ਼ਾਇਦ ਇੱਦਾਂ ਦੇ ਲੋਕਾਂ ਨੂੰ ਜਿਹੜੇ ਇਹ ਸਮਝਦੇ ਆ ਵੀ ਸਾਡਾ ਬੱਚਾ, ਸਾਡਾ ਰਿਸ਼ਤੇਦਾਰ ਕੈਨੇਡਾ ਅਮਰੀਕਾ ਬੈਠਾ, ਉਹ ਤਾਂ ਇੱਕ ਦੇ 82 ਬਣਦੇ ਆ, ਉਹ ਨਾਲ ਦੀ ਨਾਲ ਜਰਮ ਕਰਨ ਲੱਗ ਪੈਂਦੇ ਆ। ਉਹਨਾਂ ਨੂੰ ਸੀਤਾਰਮਨ ਦੀ ਗੱਲ ਸ਼ਾਇਦ ਚੰਗੀ ਲੱਗ ਸਕਦੀ ਹੈ, ਪਰ ਜਿਹੜੇ ਲੋਕ ਆਪਣੇ ਪਿੰਡੇ ਤੇ ਹੰਢਾ ਰਹੇ ਆ ਵੀ ਜਿਹਦੇ ਵਾਸਤੇ ਚਾਹ ਪੱਤੀ ਖਰੀਦਣੀ ਮੁਸ਼ਕਿਲ ਹੈ, ਜਿਹਦੇ ਵਾਸਤੇ ਪਿਆਜ਼ ਖਰੀਦਣਾ ਮੁਸ਼ਕਿਲ ਹੈ, ਟਮਾਟਰ ਖਰੀਦਣਾ ਮੁਸ਼ਕਿਲ ਹੈ, ਉਹਨੂੰ ਇਸ ਗੱਲ ਦਾ ਇਲਮ ਹੈ ਵੀ ਅਸੀਂ ਕਿੱਥੇ ਪਹੁੰਚ ਗਏ ਹਾਂ। ਦੂਜੀ ਗੱਲ ਜਿਹੜੇ ਮਾਪਦੰਡ ਦਾ ਮਸਲਾ ਹੁੰਦਾ ਵੀ ਅਸਲ 'ਚ ਜਦੋਂ ਗਰੀਬੀ ਦੀ ਚਰਚਾ ਆਪਾਂ ਕਰਦੇ ਹਾਂ, ਜਦੋਂ ਇਹ ਚਰਚਾ ਕਰਦੇ ਹਾਂ ਵੀ ਮਤਲਬ UN ਦੀ ਰਿਪੋਰਟ ਆ ਗਈ ਜਾਂ ਕਿਸੇ ਇੰਟਰਨੈਸ਼ਨਲ ਅਦਾਰੇ ਨੇ ਇਹ ਰਿਪੋਰਟ ਜਾਰੀ ਕਰ ਦਿੱਤੀ ਵੀ ਹਾਂ ਵੀ ਭਾਰਤ ਦੇ ਵਿੱਚ ਇੰਨੇ % ਜਿਹੜੇ 2 ਸਾਲਾਂ ਦੇ ਵਿੱਚ ਗਰੀਬ ਘਟੇ ਆ, ਤੇ ਫਿਰ ਇਹ ਜ਼ਰੂਰ ਤੈਅ ਕਰ ਦੇਣਾ ਚਾਹੀਦਾ ਜਾਂ ਦੇਖ ਲੈਣਾ ਚਾਹੀਦਾ ਵੀ ਉਹਨਾਂ ਦੇ ਮਾਪਦੰਡ ਕੀ ਹੈ। ਕੀ ਉਹ ਭਾਰਤੀ ਸਰਕਾਰ ਦਾ ਮਾਪਦੰਡ ਹੈ ਵੀ ਹਾਂ ਵੀ ਜਿੱਦਾਂ ਆਮ ਤੌਰ ਦੇ ਉੱਤੇ ਅਸੀਂ ਲੈਂਦੇ ਹਾਂ ਵੀ ਇੱਕ ਖਾਸ ਹੱਦ ਤੁਸੀਂ ਨਾਪ ਲੈਂਦੇ ਆ ਵੀ ਜਿਹੜਾ 20 ਰੁਪਏ ਕਮਾਉਂਦਾ ਰੋਜ਼ ਦੇ, ਉਹ ਗਰੀਬੀ ਰੇਖਾ ਤੋਂ ਉੱਪਰ ਹੀ ਚਲਾ ਜਾਂਦਾ ਹੈ। ਆਮ ਤੌਰ ਦੇ ਉੱਤੇ ਇੱਦਾਂ ਦੀ ਧਾਰਨਾ ਜੀ ਸਾਡੇ ਇੱਥੇ ਬਣਾ ਲਈ ਗਈ ਹੈ, ਪਰ ਇੱਥੇ ਤਾਂ ਕਮਾਈ ਦਾ ਸਾਧਨ ਹੀ ਕੋਈ ਨਹੀਂ। ਜਿਹੜਾ 80 ਕਰੋੜ ਲੋਕਾਂ ਦਾ ਤੁਸੀਂ ਜ਼ਿਕਰ ਕੀਤਾ, ਜੇ 80 ਕਰੋੜ ਲੋਕਾਂ ਨੂੰ ਤੁਸੀਂ ਮੁਫਤ ਰਾਸ਼ਨ ਦੇ ਰਹੇ ਹੋ ਤੇ ਆਪਣੀ ਪਿੱਠ ਵੀ ਥਾਪੜਦੇ ਹੋ ਕਿ ਦੇਖੋ ਦੁਨੀਆ ਦਾ ਇੱਕ ਇੱਦਾਂ ਦਾ ਮੁਲਕ ਹੈ ਜਿੱਥੇ ਦੀ ਸਰਕਾਰ ਇੰਨੀ ਚੰਗੀ ਹੈ ਵੀ 80 ਕਰੋੜ ਲੋਕਾਂ ਨੂੰ ਮੁਫਤ ਰਾਸ਼ਨ ਮੁਹੱਈਆ ਕਰਵਾ ਰਹੀ ਹੈ। ਤੇ ਫਿਰ ਦੂਜਾ ਸਵਾਲ ਇਹ ਪੈਦਾ ਹੋ ਜਾਂਦਾ ਹੈ, ਇਹਦਾ ਮਤਲਬ ਹੈ ਕਿ 80 ਕਰੋੜ ਲੋਕਾਂ ਦੇ ਕੋਈ ਕੰਮ ਨਹੀਂ ਹੈ। 80 ਕਰੋੜ ਲੋਕ ਕੰਮ ਨਹੀਂ ਕਰ ਰਹੇ। ਜੇ 80 ਕਰੋੜ ਲੋਕ ਕੰਮ ਨਹੀਂ ਕਰ ਰਹੇ ਤਾਂ ਇਹਦਾ ਮਤਲਬ ਹੈ ਕਿ ਉਹ ਅੱਤ ਦੇ ਗਰੀਬ ਜਿਨ੍ਹਾਂ ਨੂੰ ਸਰਕਾਰ ਨੂੰ ਭੋਜਨ ਮੁਹੱਈਆ ਕਰਵਾਉਣਾ ਪੈਂਦਾ ਹੈ। ਫਿਰ ਕਿਸ ਆਧਾਰ ਦੇ ਉੱਤੇ ਦਾਅਵੇ ਹੋ ਸਕਦੇ ਆ ਵੀ 2 ਸਾਲਾਂ ਦੇ ਵਿੱਚ ਗਰੀਬੀ ਜਿਹੜੀ ਆ ਗਰੀਬੀ ਤੋਂ ਉੱਪਰ ਚਲੇ ਗਏ ਨੇ, ਜਦਕਿ ਇਨ ਰਿਐਲਿਟੀ ਜੇ ਦੇਖਣਾ ਹੋਵੇ ਤਾਂ ਸਾਡੇ ਇਹਨਾਂ ਸਾਲਾਂ ਦੇ ਦੌਰਾਨ ਸਾਡੇ ਮੁਲਕ ਦੇ ਵਿੱਚ ਜਿਹੜੇ ਕਰੋੜਪਤੀ ਸੀ ਅਰਬਪਤੀ ਹੋਏ, ਜਿਹੜੇ ਅਰਬਪਤੀ ਸੀ ਉਹ ਖਰਬਪਤੀ ਹੋਏ। ਕਿਉਂਕਿ ਇਸ ਕੋਵਿਡ ਦੇ ਦੌਰ ਦੇ ਦੌਰਾਨ ਜੇ ਕੋਈ ਕਿਸੇ ਦਾ ਮਾਲੀਆ ਵਧਿਆ ਜਾਂ ਕਿਸੇ ਦੀ ਸੰਪਤੀ ਵਿੱਚ ਇਜ਼ਾਫਾ ਹੋਇਆ ਤਾਂ ਇਹ ਲੋਕ, ਤੇ ਜੇ ਤੁਸੀਂ ਕਹਿ ਸਕਦੇ ਹੋ ਵੀ ਹਾਂ ਵੀ ਇਹਦਾ ਅਸਰ ਇਸ ਰੂਪ ਦੇ ਵਿੱਚ ਹੋਇਆ ਕਿ ਕਰੋੜਪਤੀ ਅਰਬਪਤੀ ਤੇ ਅਰਬਪਤੀ ਖਰਬਪਤੀ, ਤਾਂ ਫਿਰ ਇਹਦਾ ਮਤਲਬ ਹੈ ਕਿ ਗਰੀਬੀ ਤੋਂ ਉੱਪਰ ਨਹੀਂ ਉੱਠੇ ਲੋਕ, ਅਮੀਰ ਹੋਰ ਅਮੀਰ ਹੋ ਗਏ ਤੇ ਜਿਹੜੇ ਗਰੀਬ ਹੈ ਉਹ ਹੋਰ ਗਰੀਬ ਹੋ ਗਏ। ਸੱਚ ਜਾਂ ਹਕੀਕਤ ਦਾ ਇਹੀ ਹੋ ਜੀ। ਅੱਛਾ, ਇੱਕ ਬਿਆਨ ਆਇਆ ਪ੍ਰਧਾਨ ਮੰਤਰੀ ਮੋਦੀ ਹੋਰਾਂ ਦਾ ਕਿ ਇੱਕ ਰੋਡ ਮੈਪ ਤਿਆਰ ਹੋ ਗਿਆ ਕਿ ਜਿਹੜੀਆਂ ਪਬਲਿਕ ਸਰਵਿਸ ਦੀਆਂ ਨੌਕਰੀਆਂ ਨੇ ਉਹਦੀ ਅਸੀਂ ਪੁਣਛਾਣ ਕਰ ਰਹੇ ਹਾਂ। ਦਸੰਬਰ ਤੱਕ ਅਸੀਂ ਥੱਲੜੇ ਪੱਧਰ ਤੋਂ ਲੈ ਕੇ ਸੀਨੀਅਰ ਪੱਧਰ ਦੀਆਂ ਨੌਕਰੀਆਂ ਦੀ ਇੱਕ ਲਿਸਟ ਬਣਾ ਲੈਣੀ ਆ, ਜਿਹੜੀਆਂ ਮਤਲਬ ਲੱਖਾਂ ਦੀ ਗਿਣਤੀ ਵਿੱਚ ਖਾਲੀ ਪਈਆਂ ਅਸਾਮੀਆਂ ਨੇ।
ਅਗਲੇ ਸਾਲ ਅਗਸਤ ਤੱਕ ਜਾਂਦਿਆਂ ਉਹ ਭਰ ਦੇਣੀਆਂ ਨੇ ਸਾਰੀਆਂ। ਲੋਕਾਂ ਨੂੰ ਬੜੀ ਉਮੀਦ ਵੱਜੂਗੀ ਇਸ ਗੱਲ ਨਾਲ, ਕਿਉਂਕਿ 23 ਦੇ ਅਖੀਰ ਤੱਕ ਜਾ ਕੇ ਭਰੀਆਂ ਜਾਣੀਆਂ ਤੇ 24 ਦੇ ਸ਼ੁਰੂ 'ਚ ਇਲੈਕਸ਼ਨ ਆ ਜਾਣੀ ਆ। ਸ਼ਾਇਦ ਇਹ ਵੀ ਇੱਕ ਤਰ੍ਹਾਂ ਦਾ ਨਵਾਂ ਲੋਲੀਪੌਪ ਹੋਵੇ, ਨੌਕਰੀਆਂ ਮਿਲਦੀਆਂ ਨਹੀਂ ਮਿਲਦੀਆਂ ਤੇ ਬਾਅਦ ਦੀ ਗੱਲ ਆ। ਪਰ ਜਿਸ ਤਰੀਕੇ ਨਾਲ ਸਾਡੀ ਸਰਕਾਰਾਂ ਕੰਮ ਕਰਦੀਆਂ ਨੇ, ਜਿਸ ਤਰੀਕੇ ਨਾਲ ਲੋਕਾਂ ਨੂੰ ਵਰਚਾਉਂਦੀਆਂ ਨੇ ਜਾਂ ਗੁੰਮਰਾਹ ਕਰਦੀਆਂ ਨੇ, ਉਹਦੀ ਇੱਕ ਮਿਸਾਲ ਹੋਰ ਲੱਗਦੀ ਆ ਮੈਨੂੰ। ਇਹ ਹੋ ਸਕਦਾ ਨਾ ਜਿੱਦਾਂ ਸਾਡੇ ਅਗਨੀਵੀਰ ਦੀ ਇੱਕ ਯੋਜਨਾ ਹੈਗੀ ਹੈ, 4 ਸਾਲ ਦੀ ਜੌਬ ਜਿਹੜੀ ਹੈ, ਕੋਈ ਏਦਾਂ ਦਾ ਨਵਾਂ ਜਿਹੜਾ ਕੋਈ ਨਾ ਕੋਈ ਆਈਡੀਆ ਸ਼ਾਇਦ ਭਾਰਤੀ ਜਨਤਾ ਪਾਰਟੀ ਨੂੰ ਜਾਂ ਸਰਕਾਰ ਨੂੰ ਮਿਲ ਚੁੱਕਾ ਹੈ ਵੀ 2024 ਦੇ ਵਿੱਚ ਪਾਰ ਉਤਾਰਾ ਕਰਨਾ ਹੈ ਤਾਂ ਫਿਰ ਇਹਦੀ ਫੌਜ ਜਿਹੜੀ ਬੇਰੁਜ਼ਗਾਰਾਂ ਦੀ ਫੌਜ ਹੈ ਇਹਨੂੰ ਕੋਈ ਥੰਮਣਾ ਦੇਣਾ ਪਊ। ਸੋ ਇੱਦਾਂ ਦੀ ਕੋਈ ਯੋਜਨਾ, ਉਹ 4 ਸਾਲ ਦੀ ਯੋਜਨਾ ਅਗਨੀਵੀਰ ਦੀ, ਇਹ ਸਾਲ ਦੀ ਕੰਟਰੈਕਟ ਦੀ ਯੋਜਨਾ ਹੋ ਸਕਦੀ ਹੈ ਵੀ ਆਓ ਤਾਂ ਸਹੀ ਤੁਹਾਨੂੰ ਦਿੰਦੇ ਆ ਨੌਕਰੀਆਂ, ਤੇ ਉਹ ਜਿਹਨੂੰ 1 ਸਾਲ ਦੀ ਨੌਕਰੀ ਵੀ ਮਿਲ ਗਈ ਤੇ ਕੰਟਰੈਕਟ ਦੀ, ਤਾਂ ਉਹਨੂੰ ਨਾਲ ਹੀ ਉਮੀਦ ਵੱਧ ਜਾਂਦੀ ਹੈ ਵੀ ਉਹ ਕੰਟਰੈਕਟ ਜਿਹੜਾ ਆ ਜੇ ਕੋਈ ਅਗਲੀ ਸਰਕਾਰ ਵੀ ਆਊਗੀ ਤਾਂ ਫਿਰ ਉਹਨੂੰ ਰੱਦ ਨਹੀਂ ਕਰ ਸਕੇਗੀ, ਉਹਨੂੰ ਕੰਟੀਨਿਊ ਕਰੇਗੀ, ਸਾਲ ਬਾਅਦ ਫਿਰ ਕੰਟਰੈਕਟ ਦੇਣਾ। ਇੱਥੋਂ ਤੱਕ ਜਿਹੜੀਆਂ ਸਰਕਾਰੀ ਅਸਾਮੀਆਂ ਦੀ ਜਿਹੜੀ ਲਗਾਤਾਰਤਾ ਜਾਂ ਸਰਕਾਰੀ ਅਸਾਮੀਆਂ ਦੇ ਵਿੱਚ ਪੱਕੇ ਹੋਣ ਦਾ ਜਿਹੜਾ ਇੱਕ ਅਮਲ ਰਿਹਾ ਸਾਡੇ ਦੇਸ਼ ਦੇ ਵਿੱਚ, ਉਹ ਤਾਂ ਬਹੁਤ ਦੇਰ ਦਾ ਬੰਦ ਹੋ ਚੁੱਕਾ। ਹੁਣ ਕੋਈ ਵੀ ਸਰਕਾਰੀ ਜਿਹੜਾ ਸੈਕਟਰ ਹੈ ਜਾਂ ਖੇਤਰ ਹੈ ਉਹਦੇ 'ਚ ਇੱਦਾਂ ਜਿਹੜੀ ਜੌਬਸ ਜਿਹੜੀਆਂ ਬਹੁਤ ਘੱਟ ਦਿੱਤੀਆਂ ਜਾਂਦੀਆਂ ਵੀ ਜਿਹਨੂੰ ਪੱਕੇ ਤੌਰ ਦੇ ਉੱਤੇ ਤੁਸੀਂ ਜਿਹੜਾ ਉਹ ਹਾਇਰ ਕਰਦੇ ਆ। ਇੱਥੇ ਕੰਟਰੈਕਟ ਸਿਸਟਮ ਜਿਹੜਾ ਆ, ਐਡਹਾਕ ਜਾਂ ਕੰਟਰੈਕਟ ਸਿਸਟਮ ਜਿਹੜਾ ਉਹ ਹਾਵੀ ਹੈ, ਤੇ ਉਹ ਹਾਵੀ ਇਸ ਕਰਕੇ ਵੀ ਹੈ ਵੀ ਹਾਂ ਸਰਕਾਰਾਂ ਜਿਹੜੀਆਂ ਇੱਦਾਂ ਸੋਚਦੀਆਂ ਵੀ ਇਸ ਤਰ੍ਹਾਂ ਦੇ ਲੋਲੀਪੌਪ ਦੇਈ ਜਾਓ ਤੇ ਹੌਲੀ ਹੌਲੀ ਜਿਹੜਾ ਹੈ ਤੁਹਾਡੇ ਵੱਲ ਹੀ ਤੱਕਦੇ ਰਹਿਣ, ਦੇਖਦੇ ਰਹਿਣ ਤੇ ਤੁਹਾਡੇ ਤੋਂ ਉਮੀਦ ਲਾ ਕੇ ਰੱਖਣ ਵੀ ਅੱਜ ਸਾਨੂੰ ਰੱਖ ਲਿਆ ਤੇ ਕੱਲ੍ਹ ਨੂੰ ਪਰਸੋਂ ਨੂੰ ਚੌਥ ਨੂੰ ਸਾਨੂੰ ਜਿਹੜਾ ਰੈਗੂਲਰ ਵੀ ਕਰ ਦਿੱਤਾ ਜਾਏਗਾ। ਅਸੀਂ ਦੇਖ ਰਹੇ ਹਾਂ ਸਾਡੇ ਦੇਸ਼ ਦੇ ਵਿੱਚ ਜਿਸ ਤਰ੍ਹਾਂ ਦਾ ਹਾਲਾਤ ਬਣੇ ਹੋਏ ਨੇ, ਪੰਜਾਬ ਤੋਂ ਲੈ ਕੇ ਦੇਸ਼ ਦੇ ਹਰ ਸੂਬੇ ਦੇ ਵਿੱਚ ਇਹੀ ਹਾਲਤ ਹੈ ਵੀ ਜਿਹੜੇ ਇਸ ਤਰ੍ਹਾਂ ਦੇ ਨੌਜਵਾਨ ਹੈ ਜਿਨ੍ਹਾਂ ਨੂੰ ਕੰਟਰੈਕਟ ਤੇ ਰੱਖਿਆ ਜਾਂਦਾ ਹੈ, ਉਹ ਫਿਰ ਇਹ ਉਮੀਦ ਕਰਦੇ ਆ ਕਿ ਸਰਕਾਰ ਹੁਣ ਉਹਨਾਂ ਨੂੰ ਰੈਗੂਲਰ ਕਰੇ ਤੇ ਉਹਦੇ ਵਾਸਤੇ ਉਹ ਜਦੋਜਹਿਦ ਵੀ ਕਰਦੇ ਆ। ਤੇ ਫਿਰ ਕਈ ਵਾਰ ਇਹ ਹੁੰਦਾ ਵੀ ਉਹ ਚੋਣਾਂ ਦੇ ਨੇੜੇ ਜਾ ਕੇ ਕੁਝ ਕੱਚਿਆਂ ਨੂੰ ਪੱਕੇ ਕਰਨ ਦੀ ਇੱਕ ਸਿਆਸਤ ਵੀ ਚੱਲੀ, ਜਿੱਦਾਂ ਪੰਜਾਬ ਦੇ ਵਿੱਚ ਵੀ ਚੱਲੀ। ਪੰਜਾਬ ਦੇ ਵਿੱਚ 36,000 ਕੱਚੇ ਕਾਮੇ ਪੱਕੇ ਕੀਤੇ 3 ਮਹੀਨੇ ਦੀ ਸਰਕਾਰ ਦੇ ਦੌਰਾਨ। ਸਾਰੇ ਸੜਕਾਂ ਦੇ ਉੱਤੇ ਹੋਰਡਿੰਗ ਜਿਹੜੇ ਆ ਚਰਨਜੀਤ ਸਿੰਘ ਚੰਨੀ ਦੇ ਲੱਗੇ ਹੋਏ ਸੀ। ਤੇ ਇਨ ਰਿਐਲਿਟੀ ਕੀ ਹੋਇਆ ਆਪਾਂ ਨੂੰ ਪਤਾ। ਹੁਣ ਇਹ ਸਰਕਾਰ ਵੀ ਜਿਹੜੀ ਹੈ ਕੱਚਿਆਂ ਨੂੰ ਪੱਕੇ ਕਰਨ ਦੀਆਂ ਗੱਲਾਂ ਕਰਦੀ ਹੈ, ਕੁਝ ਕੀਤੇ ਵੀ ਗਏ ਨੇ ਪਰ ਬਹੁਤ ਸਾਰੇ ਹਾਲੇ ਰਹਿੰਦੇ ਆ। ਨਰਿੰਦਰ ਮੋਦੀ ਜਾਂ ਉਹਨਾਂ ਦੀ ਜੋਟੀਦਾਰ ਜਿਹੜੇ ਲੋਕ ਨੇ ਉਹ ਇਹ ਸੋਚ ਰਹੇ ਨੇ ਕਿ 2024 ਨੂੰ ਸਰ ਕਿੱਦਾਂ ਕਰਨਾ। ਉਹਦੇ ਵਾਸਤੇ ਕੁਝ ਹੋਰ ਸਕੀਮਾਂ ਵੀ ਘੜੀਆਂ ਜਾ ਰਹੀਆਂ, ਜਿੱਦਾਂ ਹੁਣੇ ਤੁਸੀਂ ਕਿਹਾ ਵੀ ਜਿਹੜਾ 80 ਕਰੋੜ ਲੋਕਾਂ ਨੂੰ ਮੁਫਤ ਦੇ ਵਿੱਚ ਰਾਸ਼ਨ ਮੁਹੱਈਆ ਕਰਵਾਉਣ ਦੀ ਜਿਹੜੀ ਸਕੀਮ ਹੈ, ਜਿਹੜੀ ਕੋਵਿਡ ਦੇ ਦੌਰ ਦੇ ਦੌਰਾਨ ਸ਼ੁਰੂ ਕੀਤੀ ਗਈ। ਵੀ ਕੋਵਿਡ ਦੇ ਵਿੱਚ ਲੋਕਾਂ ਦੇ ਕੋਲ ਬਿਲਕੁਲ ਹੀ ਉਹਨਾਂ ਦੇ ਸੋਰਸ ਖਤਮ ਹੋ ਗਏ ਸੀ, ਕੰਮ ਧੰਦੇ ਨਹੀਂ ਰਹੇ, ਘਰਾਂ 'ਚ ਕੈਦ ਹੋ ਗਏ ਤੇ ਫਿਰ ਉਹ ਮੁਫਤ ਯੋਜਨਾ ਸ਼ੁਰੂ ਕੀਤੀ ਗਈ ਰਾਸ਼ਨ ਦੀ, ਤੇ ਉਹਨੂੰ ਹਰ 3 ਮਹੀਨੇ ਬਾਅਦ ਐਕਸਟੈਂਡ ਕੀਤਾ ਜਾਂਦਾ ਰਿਹਾ ਤੇ ਉਹ ਹੁਣ ਵੀ 3 ਮਹੀਨੇ ਲਈ ਐਕਸਟੈਂਡ ਕੀਤੀ ਗਈ ਹੈ। ਫਿਰ ਉਹ 3 ਮਹੀਨੇ ਖਤਮ ਹੋਣੇ ਆ ਤੇ ਫਿਰ ਉਹ 3 ਮਹੀਨੇ ਲਈ ਐਕਸਟੈਂਡ ਹੋਏਗੀ। ਇਹ 2024 ਤੱਕ ਇੱਦਾਂ ਹੀ ਚੱਲੂਗਾ ਤੇ ਉਹ ਸਿਰਫ ਇਸ ਕਰਕੇ ਹੁੰਦਾ ਕਿ ਹਾਂ ਵੀ ਚੋਣਾਂ ਦੇ ਦੌਰਾਨ ਜਿਹੜਾ ਆ ਤੁਸੀਂ ਕਿੱਦਾਂ ਲਾਭ ਲੈ ਸਕੋ। ਤੇ ਜਿਹੜਾ ਧਰੂਵੀਕਰਨ ਹੈ ਵੋਟਾਂ ਦਾ ਇੱਕ ਵੱਖਰਾ ਮਸਲਾ ਹੈ ਵੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਜਾਤ ਦੇ ਨਾਂ ਤੇ, ਫਿਰਕੇ ਦੇ ਨਾਂ ਤੇ, ਧਰਮ ਦੇ ਨਾਂ ਦੇ ਉੱਤੇ ਤੇ ਇੱਕ ਖਾਸ ਕਿਸਮ ਦਾ ਮਾਹੌਲ ਤਿਆਰ ਕੀਤਾ ਜਾਂਦਾ ਹੈ ਤੇ ਉਹਦੇ ਤੋਂ ਵੀ ਜੇ ਰੱਜ ਨਹੀਂ ਆਉਂਦਾ ਤੇ ਫਿਰ ਸੋਚਿਆ ਜਾਂਦਾ ਹੈ ਕਿ ਜਿਹੜਾ ਬੇਰੁਜ਼ਗਾਰ ਤਬਕਾ ਹੈ ਉਹਨੂੰ ਆਪਣੇ ਨਾਲ ਕਿੱਦਾਂ ਲਾਉਣਾ। ਸੋ ਇੱਦਾਂ ਦੀ ਇਹ ਸਕੀਮ ਕੋਈ ਹੋ ਸਕਦੀ ਹੈ ਜਿਹਦੇ 'ਚ ਮੈਨੂੰ ਨਹੀਂ ਲੱਗਦਾ ਕਿ ਉਹ ਰੈਗੂਲਰ ਅਸਾਮੀ ਦੇ ਤੌਰ ਦੇ ਉੱਤੇ ਲੋਕਾਂ ਨੂੰ ਜਿਹੜਾ ਨੌਕਰੀ ਦੇਣਗੇ। ਉਹ ਕੰਟਰੈਕਟ ਦੇ ਉੱਤੇ, ਤੇ ਉਹ ਕੰਟਰੈਕਟ ਹੋ ਸਕਦਾ ਸਾਲ, 1.5 ਸਾਲ ਦਾ, 2 ਸਾਲ ਦਾ ਵੀ ਹੋਵੇ। ਵੀ ਕੱਲ੍ਹ ਨੂੰ ਤੁਹਾਡੀ ਸਰਕਾਰ ਨਹੀਂ ਵੀ ਆਉਂਦੀ ਤਾਂ ਫਿਰ ਉਹ ਅਗਲੀ ਸਰਕਾਰ ਦੇ ਗਲੀ ਦੀ ਹੱਡੀ ਉਹ ਬਣ ਜਾਣ। ਸਾਨੂੰ ਕੀ ਫਰਕ ਪੈਂਦਾ ਜੇ ਸਾਡੀ ਸਰਕਾਰ ਆ ਗਈ, ਫਿਰ ਕੋਈ ਨਾ ਕੋਈ ਹੋਰ ਤਰੀਕਾ ਇਹਨਾਂ ਵਾਸਤੇ ਲੱਭ ਲਾਂਗੇ। ਸ਼ਾਇਦ ਇੱਦਾਂ ਦੀ ਕੋਈ ਸਕੀਮ ਕਰੀ ਗਈ ਲੱਗ। ਦਸਾਂਝ ਸਾਹਿਬ, ਕਾਂਗਰਸ ਦੇ ਪ੍ਰਧਾਨ ਦੀ ਚੋਣ ਦੀ ਇਲੈਕਸ਼ਨ ਹੋ ਗਈ ਆ, ਰਿਜ਼ਲਟ ਕਹਿੰਦੇ 19 ਤਰੀਕ ਨੂੰ ਆਏਗਾ ਤੇ ਇਹ ਤਾਂ ਤੈਅ ਹੀ ਮੰਨਿਆ ਜਾ ਰਿਹਾ ਕਿ ਖੜਗੇ ਅਗਲੇ ਪ੍ਰਧਾਨ ਹੋਣਗੇ, ਕਿਉਂਕਿ ਜਿਹੜਾ ਅਫੀਸ਼ੀਅਲ ਕੈਂਡੀਡੇਟ ਦੇ ਤੌਰ ਤੇ ਉਹਨਾਂ ਨੂੰ ਪ੍ਰਚਾਰਿਆ ਗਿਆ ਸੀਗਾ। ਤੇ ਜਿਹੜੇ ਸ਼ਸ਼ੀ ਥਰੂਰ ਉਹਨਾਂ ਦੇ ਨਾਲ ਮੁਕਾਬਲੇ ਸੀਗੇ, ਉਹਨਾਂ ਦਾ ਇੱਕ ਬਿਆਨ ਆਇਆ ਕਿ ਕੁਝ ਲੜਾਈਆਂ ਇਸ ਕਰਕੇ ਵੀ ਲੜੀਆਂ ਜਾਂਦੀਆਂ ਨੇ। ਬੜਾ ਦਾਰਸ਼ਨਿਕ ਜਿਹਾ ਬਿਆਨ ਉਹਨਾਂ ਦਾ ਕਿ ਇਤਿਹਾਸ ਯਾਦ ਰੱਖੇ ਕਿ ਵਰਤਮਾਨ ਚੁੱਪ ਨਹੀਂ ਸੀ। ਇਹਦਾ ਕੀ ਇਹ 'ਚੋਂ ਉਹਨਾਂ ਦਾ ਗੁੱਸਾ ਨਜ਼ਰ ਆਉਂਦਾ, ਉਹਨਾਂ ਦੀ ਬੇਉਮੀਦੀ ਨਜ਼ਰ ਆਉਂਦੀ ਆ, ਜਾਂ ਮਤਲਬ ਫਿਲਾਸਫੀ ਵਾਲੀ ਗੱਲ ਹੀ ਆਏ?
ये बंदा तो दार्शनिक है जी। ਹਾਂਜੀ शशि थरूर एक बहुत सियाना बंदा आ, ਉਹਦੀਆਂ ਲਿਖਤਾਂ ਇਹ ਦੱਸਦੀਆਂ ਤੇ ਉਹਦੀ ਕਿਤਾਬਾਂ ਵੀ ਆਉਂਦੀਆਂ ਨੇ, ਆਰਟੀਕਲਸ ਵਗੈਰਾ ਵੀ ਛਪਦੇ ਨੇ। ਦਾਰਸ਼ਨਿਕ ਤਾਂ ਉਹ ਬੰਦਾ ਹੈ। ਤੇ ਜਿਹੜੀ ਗੱਲ ਉਹਨੇ ਕਹੀ ਆ, ਮੈਂ ਸਮਝਦਾ ਕਿ ਉਹ ਗੱਲ ਬੜੀ ਮਹੱਤਵਪੂਰਨ ਹੈ। ਦੇਖੋ, ਇਹਦੇ 'ਚ ਗੁੱਸਾ ਇਸ ਕਰਕੇ ਨਹੀਂ ਹੋ ਸਕਦਾ ਜਾਂ ਖਿਝ ਇਸ ਕਰਕੇ ਨਹੀਂ ਹੋ ਸਕਦੀ ਇਸ ਗੱਲ ਦੇ ਵਿੱਚ, ਕਿਉਂਕਿ ਉਹ ਕੋਈ ਬੱਚਾ ਤਾਂ ਹੈ ਨਹੀਂ। ਉਹਨੂੰ ਇਸ ਗੱਲ ਦਾ ਪਹਿਲੇ ਦਿਨ ਤੋਂ ਇਲਮ ਸੀ ਕਿ ਜੇ ਉਹ ਚੋਣ ਲੜ ਰਿਹਾ ਤੇ ਉਹਨੇ ਨਹੀਂ ਜਿੱਤਣਾ, ਕਿਉਂਕਿ ਉਹਨੂੰ ਪਤਾ ਹੈ ਵੀ ਗਾਂਧੀ ਪਰਿਵਾਰ ਜਾਂ ਬਾਕੀ ਜਿਹੜੇ ਜਿਸ ਤਰ੍ਹਾਂ ਦੀ ਜਕੜ ਜਿਹੜੀ ਪਾਰਟੀ ਉੱਤੇ ਹੈ ਉਹ ਕਿਹਦੇ ਪੱਖ ਨੇ। ਤੇ ਇਸ ਕਰਕੇ ਜਦੋਂ ਚੋਣ ਲੜਨ ਦੀ ਸੋਚ ਹੀ ਰਿਹਾ ਸੀ ਸ਼ਸ਼ੀ ਥਰੂਰ, ਤੋਂ ਉਹਨੂੰ ਇਸ ਗੱਲ ਦਾ ਇਲਮ ਸੀ ਕਿ ਮੈਂ ਜਿੱਤਣਾ ਨਹੀਂ ਹੈ। ਜੇ ਉਹਨੂੰ ਇਸ ਗੱਲ ਦਾ ਇਲਮ ਸੀ ਕਿ ਮੈਂ ਜਿੱਤਣਾ ਨਹੀਂ ਹੈ, ਫਿਰ ਵੀ ਜੇ ਚੋਣ ਲੜਦਾ ਹੈ, ਤਾਂ ਫਿਰ ਜੇ ਉਹਦਾ ਇਸ ਕਿਸਮ ਦਾ ਜਿਹੜਾ ਬਿਆਨ ਆਉਂਦਾ ਜਿਹਦਾ ਤੁਸੀਂ ਜ਼ਿਕਰ ਕੀਤਾ ਵੀ ਕੁਝ ਲੜਾਈਆਂ ਇਸ ਕਰਕੇ ਲੜੀਆਂ ਜਾਂਦੀਆਂ ਵੀ ਵਕਤ ਦੇ ਵਿੱਚ ਵੀ ਪਤਾ ਲੱਗੇ ਵੀ ਵਰਤਮਾਨ ਜਿਹੜਾ ਆ ਉਹ ਖਾਮੋਸ਼ ਨਹੀਂ ਸੀ, ਤਾਂ ਇਹਦਾ ਸੁਭਾਵ ਸਿੱਧੇ ਤੌਰ ਦੇ ਉੱਤੇ ਇਹੀ ਹੈ ਕਿ ਇੱਕ ਯਤਨ ਅਸੀਂ ਕੀਤਾ ਹੈ। ਤੇ ਉਹਨੇ ਬਾਅਦ 'ਚ ਵੀ ਕੁਝ ਇੱਦਾਂ ਦੀਆਂ ਜਿਹੜੀਆਂ ਉਹਨੇ ਗੱਲਾਂ ਕਹੀਆਂ, ਹੋਰ ਗੱਲਾਂ ਵੀ ਕਹੀਆਂ ਬਈ ਜੇ ਮੈਂ ਚੋਣ ਲੜੀ ਹੈ ਤਾਂ ਇਹ ਜ਼ਰੂਰ ਉਹਦਾ ਏਜੰਡਾ ਵੀ ਉਹਨੇ ਸਾਫ਼ ਤੌਰ 'ਤੇ ਦੱਸਿਆ ਸੀ ਵੀ ਕਿੱਦਾਂ ਅਸੀਂ ਕਾਂਗਰਸ ਪਾਰਟੀ ਨੂੰ ਇੱਕ ਨਵੀਆਂ ਲੀਹਾਂ ਤੇ ਤੋੜਨਾ ਚਾਹੁੰਦੇ ਹਾਂ, ਪੁਰਾਣੀ ਜਿਹੜੀ ਜਕੜ ਜਿਹੜੀ ਹੈ ਉਹ ਖਤਮ ਕਰਨਾ ਚਾਹੁੰਦੇ ਹਾਂ। ਤੇ ਨਾਲ ਦੀ ਨਾਲ ਕੁਝ ਉਹਨੇ ਆਪਣੇ ਸੁਪਨੇ ਵੀ ਸਾਂਝੇ ਕੀਤੇ ਸੀ ਵੀ ਕਾਂਗਰਸ ਪਾਰਟੀ ਜਿਹੜੀ ਹੈ ਆਪਣੀ ਲੀਹ ਤੋਂ ਲੱਥ ਚੁੱਕੀ ਹੈ, ਉਹਨੂੰ ਲੀਹ 'ਤੇ ਲਿਆਉਣ ਵਾਸਤੇ ਆਹ ਗੱਲਾਂ ਜ਼ਰੂਰੀ ਹੈਗੀਆਂ। ਤਾਂ ਉਹਦੇ ਤੋਂ ਪਤਾ ਲੱਗਦਾ ਸੀ ਕਿ ਉਹਨਾਂ ਦੇ ਕੋਲੇ ਕਾਫੀ ਸਿੰਸੈਰਿਟੀ ਹੈ। ਤੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਲੜਾਈ ਜਿਹੜੀ ਹੈ ਕੋਈ ਇਹ ਲੜਾਈ ਅਸਤਿਤਵ ਦੀ ਲੜਾਈ ਨਹੀਂ ਹੈ, ਮੇਰੀ ਜਾਂ ਖੜਗੇ ਸਾਹਿਬ ਦੀ ਲੜਾਈ ਨਹੀਂ ਹੈ, ਇਹ ਕਾਂਗਰਸ ਪਾਰਟੀ ਦੇ ਭਵਿੱਖ ਦੀ ਲੜਾਈ ਹੈ। ਬਈ ਜ਼ਰੂਰ ਕਾਂਗਰਸ ਪਾਰਟੀ ਬਦਲੇਗੀ, ਭਾਵੇਂ ਜਿੱਤਦਾ ਕੌਣ ਨਹੀਂ ਹਾਰਦਾ ਕੌਣ, ਇਹ ਵੱਖਰੀ ਗੱਲ ਹੈ। ਵੀ ਕਾਂਗਰਸ ਪਾਰਟੀ ਲਾਜ਼ਮੀ ਤੌਰ ਤੇ ਨਵੇਂ ਸਿਰੋਂ ਇਸ ਗੱਲ ਨੂੰ ਸੋਚੇਗੀ ਵੀ ਕੀ ਲੋੜ ਪੈ ਗਈ ਵੀ 26 ਸਾਲਾਂ ਬਾਅਦ ਮਤਲਬ ਇਸ ਤਰ੍ਹਾਂ ਦੀ ਚੋਣ ਜਿਹੜੀ ਹੈ ਦੇਖਣੀ ਪਈ ਕਾਂਗਰਸ ਪਾਰਟੀ। ਜਦੋਂ ਤੋਂ ਕਾਂਗਰਸ ਪਾਰਟੀ ਬਣੀ ਹੈ ਇਸ ਤਰ੍ਹਾਂ ਦੀ ਚੋਣ 6 ਵਾਰੀ ਹੋਈ ਹੈ, 6ਵੀਂ ਵਾਰੀ ਚੋਣ ਹੋਣ ਜਾ ਰਹੀ ਹੈ, ਹੋ ਹੀ ਗਈ ਹੈ। ਬਸ ਨਤੀਜਾ ਜਿਹੜਾ ਉਹਦੀ ਅਕਤੂਬਰ ਤੋਂ ਆਉਣਾ ਤੇ ਪਿਛਲੇ 24-25 ਸਾਲ ਤੋਂ ਤਾਂ ਕੋਈ ਚੋਣ ਹੀ ਨਹੀਂ ਸੀ ਹੋਈ। ਗਾਂਧੀ ਪਰਿਵਾਰ ਦਾ ਕਬਜ਼ਾ ਸੀ। ਓਵਰਆਲ ਕਾਂਗਰਸ ਪਾਰਟੀ ਦੇ ਵਿੱਚ 44 ਸਾਲ 75 ਸਾਲਾਂ ਦੇ ਵਿੱਚੋਂ 44 ਸਾਲ ਗਾਂਧੀ ਪਰਿਵਾਰ ਦਾ ਕਬਜ਼ਾ ਰਿਹਾ। ਬਾਕੀ ਦੇ ਸਾਲ 33-34 ਸਾਲ ਜਿਹੜੇ ਆ ਉਹ ਵੱਖ-ਵੱਖ ਲੋਕ ਜਿਹੜੇ ਆ ਕਾਂਗਰਸ ਪਾਰਟੀ ਦੇ ਵਿੱਚ ਪ੍ਰਧਾਨ ਬਣਦੇ ਰਹੇ। ਉਹ ਵੀ ਕਹਿ ਸਕਦੇ ਆਪਾਂ ਕਿ ਗਾਂਧੀ ਪਰਿਵਾਰ ਦੀ ਸਰਪ੍ਰਸਤੀ ਦੇ ਨਾਲ। ਤਾਂ ਹੁਣ ਖੜਗੇ ਸਾਹਿਬ ਵੀ ਜਿਹੜੇ ਆ ਮੱਲਿਕਾਰਜੁਨ ਖੜਗੇ, ਉਹ ਵੀ ਗਾਂਧੀ ਪਰਿਵਾਰ ਦੀ ਸਰਪ੍ਰਸਤੀ ਦੇ ਨਾਲ ਹੀ ਪ੍ਰਧਾਨ ਬਣਨਗੇ ਤੇ ਸ਼ਸ਼ੀ ਥਰੂਰ ਪ੍ਰਧਾਨ ਨਹੀਂ ਬਣ ਸਕਣਗੇ। ਕਿੰਨੀ % ਵੋਟ ਉਹਨਾਂ ਨੂੰ ਪੈਂਦੀ, ਕਿੰਨੀ ਨਹੀਂ, ਇਹ ਤਾਂ ਬਾਅਦ 'ਚ ਪਤਾ ਲੱਗੇਗਾ। 99 ਤੋਂ ਵਿੱਚੋਂ 9500 ਵੋਟਾਂ ਪੋਲ ਹੋਈਆਂ, 96% ਵੋਟ ਪੋਲ ਹੋਈ ਹੈ। ਤੇ ਸ਼ਸ਼ੀ ਥਰੂਰ ਨੂੰ ਕੁਝ ਸੂਬੇ ਜਿਹੜੇ ਜਿੱਥੇ ਕਾਂਗਰਸ ਪਾਰਟੀ ਦੀਆਂ ਹਕੂਮਤਾਂ ਰਹੀਆਂ, ਜਿਹਦੇ 'ਚ ਪੰਜਾਬ ਵੀ ਸ਼ਾਮਲ ਹੈ, ਉੱਥੇ ਉਹਨਾਂ ਨੂੰ ਪੋਲਿੰਗ ਏਜੰਟ ਵੀ ਨਹੀਂ ਮਿਲੇ। ਪਰ ਬਾਅਦ ਵਿੱਚ ਕਾਂਗਰਸ ਪਾਰਟੀ ਨੇ ਆਪਣੇ ਜਿਹੜਾ ਚੋਣ ਵਿਧਾਨ ਹੈ ਉਹਦੇ 'ਚ ਸੋਧ ਕਰਕੇ ਉਹਨਾਂ ਨੂੰ ਚੋਣ ਪੋਲਿੰਗ ਏਜੰਟ ਜਿਹੜੇ ਮੁਹੱਈਆ ਕਰਵਾਏ। ਤੇ ਪਰ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਸ਼ਸ਼ੀ ਥਰੂਰ ਨੇ ਕਿ ਮੁਬਾਰਕਬਾਦ ਵੀ ਕਹਿੰਦੇ ਮੈਂ ਖੜਗੇ ਸਾਹਿਬ ਨੂੰ ਦਿੱਤੀ ਆ ਫੋਨ ਕਰਕੇ, ਤੇ ਖੜਗੇ ਸਾਹਿਬ ਨੇ ਵੀ ਕਿਹਾ ਕਿ ਮੈਂ ਵੀ ਫੋਨ ਦੇ ਉੱਤੇ ਉਹਨਾਂ ਨੂੰ ਮੁਬਾਰਕਬਾਦ ਦਿੱਤੀ ਹੈ ਵੀ ਅਸੀਂ ਕੋਈ ਦੁਸ਼ਮਣ ਨਹੀਂ ਹੈ ਇੱਕ ਦੂਜੇ ਦੇ, ਅਸੀਂ ਇੱਕ ਸਾਫ਼ ਸੁਥਰੇ ਤਰੀਕੇ ਨਾਲ ਇੱਕ ਡੈਮੋਕ੍ਰੇਟਿਕ ਜਿਹੜਾ ਵੇ ਹੈ ਪਾਰਟੀ ਦੇ ਅੰਦਰ ਜਿਹੜਾ ਚੋਣ ਪ੍ਰਕਿਰਿਆ ਉਹਦਾ ਹਿੱਸਾ ਬਣੇ ਹੈ ਤੇ ਪਾਰਟੀ ਲਈ ਸਦਾ ਹੀ ਅਸੀਂ ਇਕਜੁੱਟ ਰਵਾਂਗੇ, ਇਕੱਠੇ ਰਵਾਂਗੇ। ਇੱਦਾਂ ਦੀਆਂ ਗੱਲਾਂ ਦੋਵਾਂ ਪਾਸੇ ਤੋਂ ਹੋਈਆਂ। ਸੋ ਸ਼ਸ਼ੀ ਥਰੂਰ ਦੀ ਜਿਹੜੀ ਟਿੱਪਣੀ ਹੈ ਉਹ ਬੜੀ ਮੁੱਲਵਾਨ ਮੈਂ ਸਮਝਦਾ ਹੈ ਤੇ ਇਹਨੂੰ ਜ਼ਰੂਰ ਲਾਜ਼ਮੀ ਤੌਰ ਦੇ ਉੱਤੇ ਕਾਂਗਰਸ ਪਾਰਟੀ ਦੀ ਜਿਹੜੀ ਨਵੀਂ ਲੀਡਰਸ਼ਿਪ ਬਣੇਗੀ ਖੜਗੇ ਦੀ ਅਗਵਾਈ ਦੇ ਵਿੱਚ, ਉਹਨਾਂ ਨੂੰ ਇਹ ਗੱਲਾਂ ਜਿਹੜੀਆਂ ਆ ਸੰਜੀਦਾ ਤਰੀਕੇ ਨਾਲ ਲੈਣੀਆਂ ਚਾਹੀਦੀਆਂ ਤਾਂ ਜੋ ਕਾਂਗਰਸ ਪਾਰਟੀ ਦਾ ਜਿਹੜਾ ਭਵਿੱਖ ਹੈ ਉਹ ਬਿਹਤਰ ਹੋ ਸਕੇ। ਜੀ ਦਸਾਂ ਸਾਹਿਬ, ਇੱਕ ਹੋਰ ਪ੍ਰਧਾਨਗੀ ਦਾ ਰੌਲਾ ਵੀ ਪਿਆ ਪਿਛਲੇ ਦਿਨਾਂ ਤੋਂ, ਉਹ ਹੈਗੀ ਆ ਭਾਰਤੀ ਕ੍ਰਿਕਟ ਬੋਰਡ। ਬਹੁਤ ਵੱਡਾ ਅਦਾਰਾ, ਬਹੁਤ ਵੱਡਾ, ਉਹਦੇ 'ਚ ਪੈਸਾ ਬਹੁਤ ਕੁਝ। ਆਪਾਂ ਉੱਤੇ ਚਰਚਾ ਕੀਤੀ ਸੀ ਪਿਛਲੇ ਹਫ਼ਤੇ। ਗੰਗੋਲੀ ਹੋਰਾਂ ਨੂੰ ਉੱਤੋਂ ਹਟਾ ਦਿੱਤਾ ਗਿਆ ਆ ਤੇ ਉਹਦੀ ਥਾਂ ਤੇ ਕੁਛ ਉਹਨਾਂ ਆਪਣਾ ਬੰਦਾ ਲਾਉਣਾ ਹੋਏਗਾ, ਪਰ ਉਹਦੇ ਨਾਲ ਵੀ ਕਾਫੀ ਨਾਰਾਜ਼ਗੀ ਪੈਦਾ ਹੋਈ ਆ। ਮਮਤਾ ਬੈਨਰਜੀ ਕਾਫੀ ਨਾਰਾਜ਼ ਨੇ ਕਿ ਸਾਡੇ ਮਤਲਬ ਸਟੇਟ ਦਾ ਇੱਕ ਵਿਅਕਤੀ ਬੜਾ ਹੋਣਹਾਰ, ਜਿਹਨੇ ਇੰਨੇ ਮੈਚ ਜਿਤਾਏ, ਕ੍ਰਿਕਟ ਦੀ ਟੀਮ ਇਹਨੇ ਡਿਵੈਲਪ ਕੀਤੀ, ਉਸ ਬੰਦੇ ਨੂੰ ਇਸ ਤਰ੍ਹਾਂ ਪਾਸੇ ਕੀਤਾ ਗਿਆ। ਗੰਗੋਲੀ ਹੋਰਾਂ ਨੇ ਹਾਲਾਂ ਕਿਹਾ ਕਿ ਨਾ ਹੀ ਸਾਰੀ ਉਮਰ ਕੋਈ ਵਿਅਕਤੀ ਖੇਡ ਸਕਦਾ ਤੇ ਨਾ ਹੀ ਸਾਰੀ ਉਮਰ ਕੋਈ ਪ੍ਰਧਾਨ ਬਣਿਆ ਰਹਿ ਸਕਦਾ। ਪਰ ਬੈਨਰਜੀ ਕਾਫੀ ਨਾਰਾਜ਼ ਲੱਗਦੇ ਆ ਤੇ ਉਹਨਾਂ ਨੇ ਉਹਨਾਂ ਨੂੰ ਆਫਰ ਵੀ ਕੀਤਾ ਕਿ ਮੈਂ ਤੁਹਾਨੂੰ ਲੋਕ ਸਭਾ 'ਚ ਭੇਜ ਸਕਦੀ ਹਾਂ।
ਕੀ ਇਹ ਵੀ ਇੱਕ ਕਿਸਮ ਦੀ ਲੜਾਈ ਹੈ ਜਾਂ ਕਿਸ ਤਰ੍ਹਾਂ ਦੀ ਗੱਲ ਹੈ? ਸਾਡੀ ਬਦਕਿਸਮਤੀ ਹੈ ਕਿ ਸਪੋਰਟਸ ਦੇ ਖੇਤਰ ਦੇ ਵਿੱਚ ਵੀ ਰਾਜਨੀਤੀ ਹੈ। ਹਮੇਸ਼ਾ ਹੀ ਜਿਹੜੇ ਇੱਦਾਂ ਦੇ ਸਪੋਰਟਸ ਦੇ ਜਿਹੜੇ ਅਦਾਰੇ ਨੇ ਜਾਂ ਬੋਰਡਸ ਨੇ ਜਿਹੜੇ ਉਹਨਾਂ ਦੇ ਵਿੱਚ ਜਿਹੜੀਆਂ ਨਿਯੁਕਤੀਆਂ ਮੈਨੇਜਮੈਂਟ ਲੈਵਲ ਤੇ ਹੁੰਦੀਆਂ ਜਿਹੜੀਆਂ, ਉਹਦੇ 'ਚ ਪੋਲੀਟਿਕਸ ਰਹੀ ਹੈ ਹਮੇਸ਼ਾ ਹੀ। ਆਪਾਂ ਇਹ ਵੀ ਜ਼ਿਕਰ ਕੀਤਾ ਸੀ ਵੀ ਕਿਵੇਂ ਆਪਣੇ ਆਖਰੀ ਦਿਨ ਤੱਕ ਅਰੁਣ ਜੇਤਲੀ ਜਿਹੜੇ ਆ ਦਿੱਲੀ ਕ੍ਰਿਕਟ ਜਿਹੜੀ ਐਸੋਸੀਏਸ਼ਨ ਜਾਂ ਬੋਰਡ ਹੈ ਉਹ ਚੇਅਰਮੈਨ ਰਹੇ, ਤੇ ਇੱਦਾਂ ਹੀ ਜਿਹੜਾ ਬਹੁਤ ਹੀ ਅਮੀਰ ਇੱਕ ਕਿਸਮ ਦਾ ਅਦਾਰਾ ਹੈਗਾ ਭਾਰਤੀ ਕ੍ਰਿਕਟ ਕੰਟਰੋਲ ਬੋਰਡ, ਉਹਦੇ 'ਚ ਇੱਦਾਂ ਦੀਆਂ ਨਿਯੁਕਤੀਆਂ ਹੁੰਦੀਆਂ ਰਹੀਆਂ। ਤੇ ਅਸੀਂ ਅਮਿਤ ਸ਼ਾਹ ਦੇ ਬੇਟੇ ਜੈ ਸ਼ਾਹ ਦਾ ਵੀ ਜ਼ਿਕਰ ਕੀਤਾ ਸੀ ਵੀ ਚੇਅਰਮੈਨ ਜਿਹੜਾ ਮਰਜ਼ੀ ਬਣ ਜਾਵੇ, ਸੈਕਟਰੀ ਦੇ ਤੌਰ ਦੇ ਉੱਤੇ ਐਂ ਲੱਗਦਾ ਹੈ ਕਿ ਤਾ ਉਮਰ ਵਾਸਤੇ ਜਿਹੜਾ ਆ ਅਮਿਤ ਸ਼ਾਹ ਦੇ ਬੇਟੇ ਜੈ ਸ਼ਾਹ ਦੇ ਨਾਂ ਦੇ ਉੱਤੇ ਮੋਹਰ ਲੱਗ ਚੁੱਕੀ ਹੈ। ਇੱਥੇ ਨਿਯੁਕਤੀਆਂ ਸਿੱਧੇ ਤੌਰ ਤੇ ਸਿਆਸਤ ਕਰਦੀ ਹੈ। ਹੁਣ ਰੋਜਰ ਬਿੰਨੀ ਨੂੰ ਲਿਆਉਣ ਦੀ ਗੱਲ ਹੋ ਰਹੀ ਸੀ, ਉਹ ਵੀ ਬਹੁਤ ਅੱਛੇ ਖਿਡਾਰੀ ਰਹੇ ਨੇ, ਨੋ ਡਾਊਟ, ਪਰ ਸੌਰਵ ਗਾਂਗੁਲੀ ਜਿਹੜੇ ਆ ਉਹਨਾਂ ਨੂੰ ਹਟਾ ਦਿੱਤਾ ਗਿਆ। ਤੇ ਉੱਥੋਂ ਦੀ ਜਿਹੜੀ ਲੋਕਲ ਸਿਆਸਤ ਹੈ ਜਾਂ ਕਹਿ ਲਓ ਵੀ ਸੂਬੇ ਦੀ ਸਿਆਸਤ ਹੈ, ਉਹਦੇ 'ਚ ਲਾਜ਼ਮੀ ਤੌਰ ਤੇ ਜੇ ਮਮਤਾ ਬੈਨਰਜੀ ਸੌਰਵ ਗਾਂਗੁਲੀ ਦੀ ਪਿੱਠ ਤੇ ਆ ਕੇ ਖੜੇ ਹੋਏ ਨੇ ਤਾਂ ਉਹਦੇ 'ਚ ਉਹ ਸਿਆਸਤ ਕੰਮ ਕਰ ਰਹੀ ਹੈ, ਕਿਉਂਕਿ ਇਹਦੇ ਨਾਲ ਵੀ ਤੁਸੀਂ ਆਪਣੇ ਸੂਬੇ ਦੇ ਵਿੱਚ ਜਿਹੜੀ ਹੈ ਇੱਕ ਭਾਵਨਾ ਵਿਕਸਿਤ ਕਰ ਦਿੰਦੇ ਹੋ ਕਿ ਦੇਖੋ ਸਾਡਾ ਬੰਦਾ ਜਿਹੜਾ ਹੈ ਉਹਨੂੰ ਜਾਣਬੁੱਝ ਕੇ ਹਟਾ ਦਿੱਤਾ ਗਿਆ, ਕੇਂਦਰੀ ਸਤਹ ਲਈ ਜ਼ਿੰਮੇਵਾਰ ਹੈ। 2024 ਦੀਆਂ ਚੋਣਾਂ ਜਿਹੜੀਆਂ ਸਿਰ ਤੇ ਖੜੀਆਂ ਤੇ ਬੰਗਾਲ ਦੇ ਵਿੱਚ ਜਦੋਂ ਇਦਾਂ ਦਾ ਕੋਈ ਇਸ਼ੂ ਹੁੰਦਾ ਜਿਹਦੇ 'ਚ ਕੋਈ ਆਪਣੇ ਬੰਦੇ ਦੀ ਭਾਵਨਾ ਆ ਜਾਂਦੀ ਹੈ ਵੀ ਇਹ ਸਾਡਾ ਬੰਦਾ, ਸਾਡੇ ਬੰਦੇ ਨਾਲ ਇਦਾਂ ਹੋਈ ਹੈ, ਸਾਡੀ ਸਰਕਾਰ ਜੇ ਉਹਨਾਂ ਖੜੀ ਹੈ, ਤਾਂ ਲੋਕਾਂ ਦੇ ਵਿੱਚ ਵੀ ਜਿਹੜੀ ਇੱਕ ਇਸ ਕਿਸਮ ਦੀ ਜਿਹੜੀ ਹੈ ਭਾਵਨਾ ਚਲੀ ਜਾਂਦੀ ਹੈ ਵੀ ਕੇਂਦਰੀ ਸੱਤਾ ਜਿਹਦੇ ਕੋਲ ਹੈ ਭਾਰਤੀ ਜਨਤਾ ਪਾਰਟੀ, ਉਹਦੇ ਖਿਲਾਫ ਇੱਕ ਮਾਹੌਲ ਬਣੇ। ਸੋ ਇਹਨੂੰ ਸਿਆਸੀ ਤੌਰ ਦੇ ਉੱਤੇ ਇਸ ਢੰਗ ਦੇ ਨਾਲ ਲੈ ਜਾਣ ਦੀ ਜ਼ਰੂਰਤ ਹੈ। ਮਮਤਾ ਬੈਨਰਜੀ ਬੜੇ ਚਤੁਰ ਸਿਆਸਤਦਾਨ ਨੇ, ਉਹਨਾਂ ਨੇ ਇਸੇ ਕਰਕੇ ਸੌਰਵ ਗਾਂਗੁਲੀ ਨੂੰ ਆਫਰ ਕੀਤਾ, ਪਰ ਸੌਰਵ ਗਾਂਗੁਲੀ ਵੀ ਸਿਆਣੇ ਬੰਦੇ ਨੇ ਤੇ ਉਹਨਾਂ ਨੇ ਇਹ ਗੱਲ ਕਹੀ ਹੈ, ਜਿਹੜੀ ਗੱਲ ਦੱਸੀ ਹੈ ਮੈਂ ਦੁਹਰਾ ਦਿੰਦਾ ਵੀ ਤਾ ਉਮਰ ਵਾਸਤੇ ਤਾਂ ਕੋਈ ਨਾ ਖੇਡ ਸਕਦਾ ਤੇ ਨਾ ਹੀ ਕਿਸੇ ਅਹੁਦੇ ਤੇ ਰਹਿ ਸਕਦਾ, ਤੇ ਇਸ ਕਰਕੇ ਸ਼ਾਇਦ ਉਹਨਾਂ ਦਾ ਇਹ ਆਫਰ ਹਾਲ ਦੀ ਘੜੀ ਪ੍ਰਵਾਨ ਨਾ ਕਰਨ, ਪਰ ਇਨ ਫਿਊਚਰ ਹੋ ਸਕਦਾ ਕਿ ਸੌਰਵ ਗਾਂਗੁਲੀ ਜਾਂ ਇੱਦਾਂ ਦੇ ਜਿਹੜੇ ਲੋਕ ਹੁੰਦੇ ਆ ਉਹ ਕਿਸੇ ਨਾ ਕਿਸੇ ਕਹਿ ਲਓ ਵੀ ਤਰੀਕੇ ਦੇ ਨਾਲ ਦੁਸ਼ਮਣ ਜਿਹੜਾ ਹੁੰਦਾ ਰਹਿਣਾ ਚਾਹੁੰਦੇ ਹੁੰਦੇ ਆ। ਹੋ ਸਕਦਾ ਹੈ ਕਿ ਇਨ ਫਿਊਚਰ ਉਹ ਕੋਈ ਇਸ ਤਰ੍ਹਾਂ ਦੀ ਜਿਹੜੀ ਆਫਰ ਹੈ ਮਮਤਾ ਬੈਨਰਜੀ ਦੀ ਜਾਂ ਕਿਸੇ ਵੀ ਹੋਰ ਰਾਜਨੀਤਿਕ ਧਿਰ ਵੱਲੋਂ ਪ੍ਰਵਾਨ ਨਹੀਂ ਕਰ ਸਕਦਾ। ਦਸਾਂਝ ਸਾਹਿਬ, ਪੰਜਾਬ ਦੇ ਮੁੱਖ ਮੰਤਰੀ ਗੁਜਰਾਤ ਇਲੈਕਸ਼ਨ 'ਚ ਕਾਫੀ ਬਿਜ਼ੀ ਆ ਤੇ ਪੰਜਾਬ ਦੇ ਵਿੱਚ ਇੱਕ ਤਾਂ ਪਰਾਲੀ ਵਾਲਾ ਸੀਜ਼ਨ ਸੀਗਾ, ਪਰਾਲੀ ਨੂੰ ਫੂਕਣ ਦੀਆਂ ਘਟਨਾਵਾਂ ਕਾਫੀ ਸਾਹਮਣੇ ਆ ਰਹੀਆਂ ਕਿ ਸਰਕਾਰ ਨੇ ਕਿਹਾ ਸੀ ਕੋਸ਼ਿਸ਼ ਕਰਾਂਗੇ ਕਿ ਇਸ ਤਰ੍ਹਾਂ ਦਾ ਨਾ ਜਿਹੜਾ ਵਤੀਰਾ ਉਹ ਅਪਣਾਇਆ ਜਾਵੇ। ਦੂਜੇ ਪਾਸੇ ਪੰਜਾਬ ਦੀ ਸਿਆਸਤ ਗਰਮ ਆ, ਉਹ ਕ੍ਰਿਸਚਨ ਵਾਲਾ ਮੁੱਦਾ, ਅੰਮ੍ਰਿਤਪਾਲ ਵਾਲਾ ਮੁੱਦਾ, ਉਹ ਲਗਾਤਾਰ ਜਿਹੜੇ ਆ ਉਹ ਪੰਜਾਬ ਦੀ ਫਿਜ਼ਾ ਨੂੰ ਜਿਹੜਾ ਦੂਸ਼ਿਤ ਕਰਦੇ ਜਾ ਰਹੇ ਆ। ਹਾਲਾਤ ਫਿਰ ਮੁੱਢ ਤੋਂ ਉਹ ਜਿਹੜੇ 81-82 ਵਾਲੇ ਹਾਲਾਤ ਆ ਉਸ ਤਰ੍ਹਾਂ ਦਾ ਰੁਖ ਜਿਹੜਾ ਉਹ ਬਣਦਾ ਜਾ ਰਿਹਾ ਕਿਤੇ ਨਾ ਕਿਤੇ ਲੱਗਦਾ ਹੈ। ਤੇ ਦੂਜੇ ਪਾਸੇ ਜਿੱਦਾਂ ਦੀਆਂ ਉਦੋਂ ਘਟਨਾਵਾਂ ਹੁੰਦੀਆਂ ਸੀ, ਕਿਤੇ ਪੂਛ ਸੁੱਟ ਦਿੱਤੀ ਜਾਂਦੀ ਸੀ ਗਾਂ ਦੀ, ਕਿਤੇ ਸਿਗਰਟਾਂ ਦੀਆਂ ਡੱਬੀਆਂ ਸੁੱਟੀਆਂ ਜਾਂਦੀਆਂ, ਹੁਣ ਉਹ ਸ਼ਰਾਰਤਾਂ ਵੀ ਸ਼ੁਰੂ ਹੋ ਗਈਆਂ। ਲੁਧਿਆਣੇ ਦੇ ਕਿਸੇ ਮੰਦਿਰ ਦੇ ਵਿੱਚ ਕਾਲੀ ਮਾਤਾ ਦੇ ਮੰਦਿਰ ਆ, ਉਹ ਤੇ ਮੂਰਤੀ ਦੀ ਬੇਅਦਬੀ ਹੋਈ ਆ, ਉਹਨੂੰ ਲੈ ਕੇ ਹਿੰਦੂ ਭਾਈਚਾਰਾ ਕਾਫੀ ਨਾਰਾਜ਼ ਹੈ। ਇਹ ਜੋ ਸਾਰਾ ਘਟਨਾਕ੍ਰਮ ਚੱਲ ਰਿਹਾ ਆ, ਇਹ ਕੀ ਸਰਕਾਰ ਦੀ ਅਣਗਹਿਲੀ ਆ ਜਾਂ ਕੋਈ ਏਜੰਸੀਆਂ ਨੇ ਕੋਈ ਐਸੀਆਂ ਜਿਹੜੀਆਂ ਇਦਾਂ ਦਾ ਮਾਹੌਲ ਸਿਰਜ ਰਹੀਆਂ ਨੇ ਕਿ ਪੰਜਾਬ ਨੂੰ ਫਿਰ ਬਲਦੀ ਦੇ ਬੁੱਥੇ ਵੱਲ ਧੱਕਿਆ ਜਾ ਰਿਹਾ? ਇਹ ਤੋਂ ਬਚਣ ਦਾ ਕੋਈ ਰਾਹ ਕੋਈ ਸਰਕਾਰ ਕੋਲ, ਕਿਸੇ ਪੋਲੀਟੀਕਲ ਪਾਰਟੀ ਕੋਲ ਤੇ ਨਜ਼ਰ ਨਹੀਂ ਆਉਂਦਾ। ਲੋਕ ਕੀ ਕਰਨ? ਲੋਕ ਮਾਯੂਸ ਨੇ। ਹੁਣ ਅੰਮ੍ਰਿਤਪਾਲ ਵਾਲੇ ਵਰਤਾਰੇ ਨੂੰ ਹੀ ਵੇਖਿਆ ਜਾਵੇ ਤੇ ਕੀ ਕੋਈ ਸਿੱਖ ਆਵਾਮ ਥੋੜਾ ਚਾਹ ਰਿਹਾ ਵੀ ਇਦਾਂ ਹੋਵੇ, ਪਰ ਹੋ ਰਿਹਾ, ਸਾਡੇ ਵੇਂਦਿਆਂ ਹੋ ਰਿਹਾ ਤੇ ਹੋ ਜਾਏਗਾ ਜਿੱਦਾਂ ਦਾ ਮਾਹੌਲ ਬਣਾ ਦਿੱਤਾ ਗਿਆ। ਤੇ ਇਹ ਚੀਜ਼ ਚੋਂ ਨਿਕਲਣ ਦਾ ਕੀ ਰਾਹ ਆ? ਬਾਅਦ ਵਿੱਚ ਜਦੋਂ ਪਰੇਸ਼ਾਨੀ ਵੱਧ ਜਾਂਦੀ ਆ ਫਿਰ ਕਿਹਾ ਜਾਂਦਾ ਹੈ ਕਿ ਲੋਕ ਸਿਆਣੇ ਨਹੀਂ। ਲੋਕ ਕੀ ਕਰਨ? ਦੇਖੋ, ਦੋ ਗੱਲਾਂ ਨੇ। ਨੰਬਰ ਇੱਕ ਤਾਂ ਇਹ ਆ ਵੀ ਜਿਹੜਾ ਪੋਲਿਊਸ਼ਨ ਦਾ ਮਾਮਲਾ ਹੈ, ਉਹ ਚਾਹੇ ਪਰਾਲੀ ਦਾ ਪ੍ਰਦੂਸ਼ਣ ਹੋਵੇ ਤੇ ਚਾਹੇ ਸਿਆਸੀ ਪ੍ਰਦੂਸ਼ਣ, ਇਹਦੇ ਤੋਂ ਲੋਕ ਪਰੇਸ਼ਾਨ ਤਾਂ ਹੈ ਲਾਜ਼ਮੀ ਤੌਰ ਦੇ ਉੱਤੇ। ਪੰਜਾਬ ਦੇ ਮੁੱਖ ਮੰਤਰੀ ਤਾਂ ਗੁਜਰਾਤ ਗਏ ਹੋਏ ਨੇ ਤੇ ਜਿਹੜੇ ਕੁਝ ਮੰਤਰੀ ਸੰਤਰੀ ਇੱਧਰ ਉਹਨਾਂ ਦੀਆਂ ਡਿਊਟੀਆਂ ਹਿਮਾਚਲ 'ਚ ਲੱਗੀਆਂ ਹੋਈਆਂ ਤੇ ਪੰਜਾਬ ਦੀਆਂ ਸਮੱਸਿਆਵਾਂ ਜਿਹੜੀਆਂ ਆ ਉਹ ਲਗਾਤਾਰ ਵੱਧ ਰਹੀਆਂ। ਪਰਾਲੀ ਵਾਲੇ ਇਸ਼ੂ ਦੇ ਉੱਤੇ ਕਾਫੀ ਗੱਲਾਂ ਹੋ ਰਹੀਆਂ ਨੇ ਤੇ
ਖੁਦ ਮੁੱਖ ਮੰਤਰੀ ਦਾ ਮੈਂ ਇੱਕ ਵੀਡੀਓ ਦੇਖ ਰਿਹਾ ਸੀ, ਪਤਾ ਨਹੀਂ ਕਦੋਂ ਦਾ ਹੈ ਜਾਂ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਦਾ ਆ, ਤੇ ਉਹ ਪਰਾਲੀ ਬਾਰੇ ਗੱਲ ਕਰ ਰਹੇ ਸੀ ਵੀ ਪਰਾਲੀ ਬਾਰੇ ਕਿਹਾ ਜਾਂਦਾ ਹੈ ਕਿ ਸਾਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਇਸ਼ਤਿਹਾਰ ਜਾਰੀ ਕਰੋ ਵੀ ਪਰਾਲੀ ਨਾ ਸਾੜੋ ਜਾਂ ਪਰਾਲੀ ਨਾ ਮਤਲਬ ਪਰਾਲੀ ਨੂੰ ਇਸ ਤਰੀਕੇ ਦੇ ਨਾਲ ਨਾ ਕਰੋ। ਤੁਸੀਂ ਕਿਸਾਨਾਂ ਨੂੰ ਕਿਹਾ ਜਾਂਦਾ ਵੀ ਇਸ਼ਤਿਹਾਰਬਾਜ਼ੀ ਰਾਹੀਂ ਉਹਨਾਂ ਨੂੰ ਸਮਝਾਓ, ਪਰ ਕਹਿੰਦੇ ਇਸ਼ਤਿਹਾਰਬਾਜ਼ੀ ਤਾਂ ਹਮ ਦੋ ਹਮਾਰੇ ਦੋ ਵੀ ਸੀ, ਕਿ ਅਸੀਂ ਆਬਾਦੀ ਤੇ ਕੰਟਰੋਲ ਕਰ ਲਿਆ। ਇਸ਼ਤਿਹਾਰਬਾਜ਼ੀਆਂ ਤਾਂ ਹੋਰ ਵੀ ਬਹੁਤ ਸਾਰੀਆਂ ਉਹਨਾਂ ਨੇ ਕਈ ਐਗਜ਼ਾਮਪਲਸ ਦਿੱਤੀਆਂ, ਪਰ ਵੀ ਕਹਿੰਦੇ ਵੀ ਉਹਦੇ ਨਾਲ ਨਹੀਂ ਕੁਛ ਵੀ ਹੁੰਦਾ, ਉਹਦੇ ਵਾਸਤੇ ਸਾਨੂੰ ਉਹਦੇ ਪ੍ਰਬੰਧ ਕਰਨੇ ਪੈਂਦੇ ਆ। ਤੇ ਪੰਜਾਬ ਸਰਕਾਰ ਨੇ ਇਹਦੀ ਤੇ ਕੋਸ਼ਿਸ਼ ਕੀਤੀ ਸੀ ਵੀ ਕੋਈ ਇੱਕ ਸਕੀਮ ਏਦਾਂ ਦੀ ਲਿਆਂਦੀ ਜਾਏ ਵੀ ਜਿਹੜੇ ਕਿਸਾਨ ਆ ਉਹਨਾਂ ਨੂੰ ਘੱਟੋ ਘੱਟ ਪਰ ਕੁਇੰਟਲ ਪਰਾਲੀ ਦੇ ਜਿਹੜਾ ਹੈ ਕੁਝ ਮੁਆਵਜ਼ਾ ਦਿੱਤਾ ਜਾਏ, ਵੀ ਕੁਝ ਪੈਸੇ ਮਤਲਬ ਕੇਂਦਰ ਸਰਕਾਰ ਦੇਵੇ, ਕੁਝ ਜਿਹੜੀ ਸੂਬਾਈ ਸਰਕਾਰ ਦੇਗੀ, ਕੁਝ ਦਿੱਲੀ ਵਾਲੇ ਦੇਣ। ਕਹਿੰਦੇ ਵੀ ਕੇਂਦਰ ਸਰਕਾਰ ਤਾਂ ਇਹਦੇ ਤੋਂ ਭੱਜ ਗਈ। ਉਸ ਤੋਂ ਬਾਅਦ ਪੰਜਾਬ ਨੇ ਕੀ ਕੋਈ ਉਹਦੀ ਸਕੀਮ ਜਾਂ ਯੋਜਨਾ ਲਿਆਂਦੀ, ਉਹ ਸਿਰਫ ਇੰਨਾ ਕਿ ਸਾਨੂੰ ਪਤਾ ਹੈ ਕੁਲਦੀਪ ਸਿੰਘ ਧਾਲੀਵਾਲ ਨੇ ਕਈ ਵਾਰੀ ਕਿਹਾ ਵੀ ਅਸੀਂ ਮਸ਼ੀਨਰੀ ਬਣ ਰਹੇ ਹਾਂ, ਪਰਾਲੀ ਦੀ ਸਹੀ ਤਰੀਕੇ ਦੇ ਨਾਲ ਜਿਹੜੀ ਆ ਉਹਨੂੰ ਪਰਾਲੀ ਨੂੰ ਜਿਹੜਾ ਆ ਟਿਕਾਣੇ ਲਾ ਦਿੱਤੇ ਜਾਏ, ਉਹਦੇ ਵਾਸਤੇ ਇੱਕ ਮਸ਼ੀਨਰੀ ਜਿਹੜੀ ਅਸੀਂ ਮੁਕਤ ਬਣ ਰਹੇ ਹਾਂ। ਉਹ ਕਿੰਨੀ ਕੁ ਵੰਡੀ ਗਈ ਕਿੰਨੀ ਕੁ ਪਤਾ ਨਹੀਂ, ਪਰ ਅੱਗੇ ਨਾਲੋਂ ਮੈਨੂੰ ਲੱਗਦਾ ਕਿ ਭਾਵੇਂ ਇਸ਼ੂ ਬਣ ਜਾਂਦਾ ਹਰ ਵਾਰੀ, ਪਰ ਅੱਗੇ ਨਾਲੋਂ ਪਰਾਲੀ ਸਾੜਨ ਦੀਆਂ ਘਟਨਾਵਾਂ ਘਟੀਆਂ। ਮੈਂ ਪਰਸੋਂ ਮੱਖੂ ਗਿਆ ਸੀ ਤੇ ਬਾਇਆ ਲੁਧਿਆਣਾ, ਮੱਖੂ ਜਾਂਦਿਆਂ ਮੱਖੂ ਤੋਂ ਵਾਪਸ ਆਉਂਦਿਆਂ ਬਹੁਤ ਘੱਟ ਮਹਿਸੂਸ ਹੋਇਆ ਕਿ ਪਰਾਲੀ ਸਾੜਨ ਦੀਆਂ ਜਿਹੜੀਆਂ ਕੁਝ ਖੇਤਾਂ ਦੇ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਮੈਨੂੰ ਦਿਖਾਈ ਨਹੀਂ ਦਿੱਤੀਆਂ, ਜਾਂ ਹਾਲੇ ਸਮਾਂ ਆ ਰਿਹਾ ਹੋਰ ਤੇਜ਼ੀ ਨਾਲ ਇਹ ਸਾਰੀ ਚੀਜ਼ ਵਧੂਗੀ। ਪਰ ਫਿਰ ਵੀ ਇਹ ਜਿਹੜਾ ਪ੍ਰਦੂਸ਼ਣ ਹੈ ਪਰਾਲੀ ਦਾ, ਇਹਦੇ ਤੇ ਕਿਸਾਨੀ ਨੂੰ ਕਟਹਿਰੀ 'ਚ ਖੜਾ ਕਰ ਦਿੱਤਾ ਜਾਂਦਾ ਹੈ, ਤੇ ਪਰ ਕਿਸਾਨ ਬਹੁਤਾ ਇਹਦੇ ਲਈ ਜ਼ਿੰਮੇਵਾਰ ਨਹੀਂ ਹੈ। ਜ਼ਿੰਮੇਵਾਰ ਹੈ ਪ੍ਰਬੰਧ ਜਿਹੜਾ ਨਾਕਾਮ ਹੈ ਸਾਰੇ ਮਾਮਲੇ ਦੇ ਵਿੱਚ, ਵੀ ਕਿਵੇਂ ਇਹ ਸਾਰੇ ਮਸਲੇ ਨੂੰ ਨਜਿੱਠਣਾ। ਇਹਦੇ ਤੇ ਕਈ ਵਾਰੀ ਆਪਾਂ ਗੱਲ ਕਰ ਚੁੱਕੇ ਹਾਂ, ਪਰ ਉਹਦੇ ਬਾਵਜੂਦ ਮੈਂ ਸਮਝਦਾ ਕਿ ਪਰਾਲੀ ਦਾ ਪ੍ਰਦੂਸ਼ਣ ਜਿਹੜਾ ਆ ਉਹ ਕੋਈ ਇੰਨਾ ਖਤਰਨਾਕ ਪ੍ਰਦੂਸ਼ਣ ਨਹੀਂ ਹੈ ਜਿੰਨਾ ਖਤਰਨਾਕ ਸਿਆਸੀ ਪ੍ਰਦੂਸ਼ਣ ਹੈ, ਜਿਹਦਾ ਜ਼ਿਕਰ ਤੁਸੀਂ ਕੀਤਾ ਕਿ ਜਿਵੇਂ ਪੰਜਾਬ ਨੂੰ ਡੀਲ ਕੀਤਾ ਜਾ ਰਿਹਾ, ਪੰਜਾਬ ਨੂੰ ਫੇਰ ਤੋਂ ਐਂ ਲੱਗਦਾ ਹੈ ਕਿ ਉਸ ਰਸਤੇ ਤੇ ਤੋੜਨ ਦੀ ਸਾਜ਼ਿਸ਼ ਜਿਹੜੀ ਹੋ ਰਹੀ ਹੈ। ਕੁਝ ਲੋਕ ਜਦੋਂ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਐਕਟਿਵ ਹੋਏ ਨੇ ਤੇ ਉਹਦੀ ਰਿਐਕਸ਼ਨ ਦੇ ਵਿੱਚ ਜੋ ਚੀਜ਼ਾਂ ਅਸੀਂ ਦੇਖੀਆਂ ਉਹ ਬਹੁਤ ਖਤਰਨਾਕ ਹੈ। ਮਤਲਬ ਜਿਸ ਤਰ੍ਹਾਂ ਦਾ ਪ੍ਰਵਚਨ ਜਿਹੜਾ ਆ ਜਾਂ ਜਿਸ ਤਰ੍ਹਾਂ ਦਾ ਨੈਰੇਟਿਵ ਅੰਮ੍ਰਿਤਪਾਲ ਦੇ ਰਾਹੀਂ ਸਿਰਜਿਆ ਜਾ ਰਿਹਾ, ਉਹਦੇ ਜਿਹੜੇ ਨਤੀਜੇ ਆ ਉਹ ਆਉਣੇ ਸ਼ੁਰੂ ਹੋ ਗਏ। ਪੰਜਾਬ ਦੇ ਵਿੱਚ ਲੰਮੇ ਸਮੇਂ ਤੋਂ ਦੋ ਪ੍ਰਮੁੱਖ ਜਿਹੜੇ ਸਾਡੇ ਭਾਈਚਾਰੇ ਆ, ਹਿੰਦੂ ਤੇ ਸਿੱਖ, ਇਹਨਾਂ ਦੇ ਵਿਚਾਲੇ ਲਗਾਤਾਰ ਕੋਸ਼ਿਸ਼ ਹੁੰਦੀ ਰਹੀ ਕਿ ਇਹਨਾਂ ਦੇ ਵਿਚਾਲੇ ਕੋਈ ਏਦਾਂ ਦੀ ਤਣਾਅ ਜਿਹੜਾ ਬਰਕਰਾਰ ਰਵੇ ਤਾਂ ਜੋ ਧਰੁਵੀਕਰਨ ਹੋ ਸਕੇ। ਹਿੰਦੂ ਵੋਟ ਜਿਹੜੀ ਹੈ ਉਹ ਇੱਕ ਪਾਸੇ ਹੋ ਕੇ ਇੱਕ ਵੱਡੋ ਇੱਕ ਪਾਸੇ ਹੋਏ। ਉਸ ਯਤਨ ਦੇ ਵਿੱਚ ਲੋਕ ਜਿਹੜੇ ਆ ਕੋਈ ਬਹੁਤੇ ਸਫਲ ਨਹੀਂ। ਹੁਣ ਨਵੇਂ ਕਿਸਮ ਦਾ ਨੈਰੇਟਿਵ ਉਸਾਰਿਆ ਜਾ ਰਿਹਾ ਕਿ ਸਿੱਖ ਭਾਈਚਾਰਾ ਜਿਹੜਾ ਡੋਮੀਨੇਟ ਕਰਦਾ ਪੰਜਾਬ ਦੇ ਵਿੱਚ, ਜਿਹੜਾ ਦੇਸ਼ ਪੱਧਰ ਤੇ ਘੱਟ ਗਿਣਤੀ ਹੈ, ਤੇ ਹਮੇਸ਼ਾ ਹੀ ਇੱਦਾਂ ਪੇਸ਼ਕਾਰੀ ਹੁੰਦੀ ਰਹੀ। ਜਿਹੜੇ ਸਿੱਖ ਭਾਈਚਾਰੇ ਦੀਆਂ ਸੰਸਥਾਵਾਂ ਜਾਂ ਅਦਾਰੇ ਜਾਂ ਪਾਰਟੀਆਂ ਕਿ ਦੇਸ਼ ਦੇ ਵਿੱਚ ਸਿੱਖਾਂ ਨਾਲ ਬਹੁਤ ਵਿਤਕਰਾ ਹੁੰਦਾ ਹੈ। ਘੱਟ ਗਿਣਤੀਆਂ ਨਾਂ ਦੇ ਉੱਤੇ ਜਦੋਂ ਆਪਾਂ ਗੱਲ ਕਰਦੇ ਹੁੰਦਾ ਵੀ ਆਪਾਂ ਮੰਨ ਕੇ ਚੱਲਦੇ ਹਾਂ ਦੇਸ਼ ਦੀ ਸਭ ਤੋਂ ਵੱਡੀ ਘੱਟ ਗਿਣਤੀ ਜਿਹੜੀ ਮੁਸਲਿਮ ਹੈ, ਉਸ ਤੋਂ ਬਾਅਦ ਜਿਹੜੀਆਂ ਬਾਕੀ ਘੱਟ ਗਿਣਤੀਆਂ ਵੀ ਆ ਉਹਨਾਂ ਨਾਲ ਕੋਈ ਚੰਗਾ ਵਿਹਾਰ ਨਹੀਂ ਹੈ। ਲੱਗਦਾ ਕਿ ਇਹਨਾਂ ਨੂੰ ਦੋਵੇਂ ਦਰਜੇ ਦੇ ਨਾਗਰਿਕ ਬਣਾ ਕੇ ਰੱਖਣ ਦੀ ਜਿਹੜੀ ਇੱਕ ਪੂਰੀ ਦੀ ਪੂਰੀ ਸਕੀਮ ਘੜੀ ਹੋਈ ਹੈ, ਉਹਨੂੰ ਅੱਜ ਨਹੀਂ ਤਾਂ ਕੱਲ੍ਹ ਇੰਪਲੀਮੈਂਟ ਕਰ ਦਿੱਤਾ ਜਾਣਾ। ਸੋ ਘੱਟ ਗਿਣਤੀਆਂ ਤੇ ਜ਼ਬਰ ਜ਼ੁਲਮ, ਘੱਟ ਗਿਣਤੀਆਂ ਨਾਲ ਵਿਤਕਰਾ, ਇਹ ਗੱਲਾਂ ਹੁੰਦੀਆਂ ਰਹਿੰਦੀਆਂ। ਤੇ ਪਰ ਪੰਜਾਬ ਦੇ ਵਿੱਚ ਸਿੱਖ ਭਾਈਚਾਰਾ ਕਿਉਂਕਿ ਬਹੁਤ ਗਿਣਤੀ ਦੇ ਵਿੱਚ ਹੈ, ਤੇ ਇਸ ਭਾਈਚਾਰੇ ਬਾਰੇ ਇੱਕ ਨਵਾਂ ਨੈਰੇਟਿਵ ਉਭਾਰਨ ਦੀ ਕੋਸ਼ਿਸ਼ ਹੋ ਰਹੀ ਹੈ ਕਿ ਸਿੱਖ ਪੀੜਤ ਨਹੀਂ ਹੈ ਪੰਜਾਬ ਦੇ ਵਿੱਚ, ਸਗੋਂ ਜਿਹੜੇ ਪੰਜਾਬ 'ਚ ਬਾਕੀ ਘੱਟ ਗਿਣਤੀਆਂ ਹੈਗੀਆਂ, ਉਹ ਚਾਹੇ ਈਸਾਈ ਹੈ ਚਾਹੇ ਹਿੰਦੂ ਹੈ, ਉਹ ਪੀੜਤ ਨੇ। ਸਿੱਖ ਜਿਹੜੀ ਘੇਰਾ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਇਹਨਾਂ ਦੇ ਉੱਤੇ ਜ਼ੁਲਮ ਕਰਦੀ ਹੈ, ਇਹ ਨੈਰੇਟਿਵ ਉਸਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਕਰਕੇ ਈਸਾਈਆਂ ਦੇ ਖਿਲਾਫ ਇਹ ਸਾਰਾ ਕੁਝ ਸ਼ੁਰੂ ਹੋ ਗਿਆ। ਹਿੰਦੂ ਭਾਈਚਾਰੇ ਤੇ ਸਿੱਖ ਭਾਈਚਾਰੇ ਦੇ ਜਿਹੜੇ ਆਪਸੀ ਜਿਹੜੇ ਰਿਸ਼ਤੇ ਉਹਨਾਂ ਨੂੰ ਬਾਰ-ਬਾਰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਹਦੇ 'ਚ ਲੋਕ ਸਫਲ ਹੋਏ। ਹੁਣ ਕੱਲ੍ਹ ਜਲੰਧਰ ਦੇ ਵਿੱਚ ਜਿਹੜਾ ਮਸੀਹੀ ਭਾਈਚਾਰੇ ਦਾ ਇਕੱਠ ਬਹੁਤ ਵੱਡਾ ਇਕੱਠ ਹੋਇਆ, ਪਹਿਲੀ ਵਾਰ ਹੋਇਆ। ਇਹ ਨੈਰੇਟਿਵ ਏਦਾਂ ਬਣਾਇਆ ਜਾ ਰਿਹਾ ਵੀ ਹਿੰਦੂ ਹੋਵੇ ਸਿੱਖ ਹੋਵੇ, ਹਿੰਦੂ ਹੋਵੇ ਈਸਾਈ ਹੋਵੇ, ਜਾਂ ਜਿਹੜਾ ਵੀ
ਸਿੱਖ ਕਮਿਊਨਿਟੀ ਤੋਂ ਬਿਨਾਂ ਪੰਜਾਬ 'ਚ ਰਹਿੰਦਾ, ਉਹ ਇਸ ਵੇਲੇ ਪੀੜਤ ਹੈ। ਉਹਨੂੰ ਪੀੜਤ ਪੇਸ਼ ਕਰਕੇ ਉਹ ਸਾਰੀ ਵੋਟ ਨੂੰ ਸੰਗਠਿਤ ਰੂਪ ਦੇ ਵਿੱਚ ਇੱਕ ਖਾਸ ਧਿਰ ਦੇ ਖਾਤੇ 'ਚ ਭੁਗਤਾਉਣ ਦੀ ਜਿਹੜੀ ਸਾਜ਼ਿਸ਼ ਹੈ, ਇਸ ਸਾਜ਼ਿਸ਼ ਨੂੰ ਪੰਜਾਬੀਆਂ ਨੂੰ ਸਮਝਣ ਦੀ, ਪੰਜਾਬ 'ਚ ਫਿਰ ਤੋਂ ਇੱਕ ਟੂਲ ਦੇ ਤੌਰ ਦੇ ਉੱਤੇ ਅੰਮ੍ਰਿਤਪਾਲ ਨੂੰ ਲਿਆਂਦਾ ਗਿਆ। ਇਹ ਗੱਲ ਹੁਣ ਬਿਲਕੁਲ ਸਾਬਤ ਹੋ ਰਹੀ ਹੈ। ਜਿਸ ਤਰ੍ਹਾਂ ਦੀਆਂ ਉਹ ਗੱਲਾਂ ਕਰ ਰਿਹਾ, ਇਹ ਤਾਂ ਹੁਣ ਤੱਕ ਜਿਹੜੀ ਗੱਲਾਂ ਉਹਨੇ ਕਹੀਆਂ, ਜੇ ਤੁਹਾਡੇ ਮੇਰੇ ਵਰਗਾ ਬੰਦੇ ਨੇ ਇੱਕ ਗੱਲ ਵੀ ਉੱਦਾਂ ਦੀ ਕਹੀ ਹੁੰਦੀ, ਹੁਣ ਤੱਕ ਆਪਾਂ ਨੂੰ ਚੱਕ ਕੇ ਲੈ ਉਹਨੂੰ ਹਾਲੇ ਵੀ ਕਿਉਂ ਇੰਨੀ ਹਵਾ ਦਿੱਤੀ ਜਾ ਰਹੀ, ਸਾਰਾ ਕੁਝ ਕੀਤਾ ਜਾ ਰਿਹਾ। ਅਸੀਂ ਨਹੀਂ ਕਹਿੰਦੇ ਉਹਨੂੰ ਗ੍ਰਿਫਤਾਰ ਕੀਤਾ ਜਾਏ, ਪਰ ਉਹ ਆਪਣੇ ਲਫ਼ਜ਼ਾਂ ਦੇ ਉੱਤੇ ਕੰਟਰੋਲ ਰੱਖਣ। ਜੇ ਕਿਸੇ ਧਿਰ ਲਈ ਉਹ ਕੰਮ ਵੀ ਕਰਦੇ ਆ ਤਾਂ ਘੱਟੋ ਘੱਟ ਇਹ ਤਾਂ ਧਿਆਨ ਰੱਖਣ ਵੀ ਇਹਦੇ ਨਾਲ ਇਹਦੇ ਨਤੀਜੇ ਕੀ ਨਿਕਲਣੇ। ਜਦੋਂ ਤੁਸੀਂ ਕਿਸੇ ਨੂੰ ਸੋਧਾ ਲਾਉਣ ਦੀ ਗੱਲ ਕਰਦੇ ਹੋ, ਜਾਂ ਤੁਸੀਂ ਕਹਿੰਦੇ ਇਹ ਸੁੱਕਾ ਨਹੀਂ ਜਾਣਾ ਚਾਹੀਦਾ, ਫਿਰ ਲਗਭਗ ਉਹੀ ਗੱਲਾਂ, ਉਸ ਦੌਰ ਦੀਆਂ ਗੱਲਾਂ ਜਿਹੜੀਆਂ ਮੁੜ ਜਿਹੜੀਆਂ ਸਾਡੇ ਸਾਹਮਣੇ ਆਉਂਦੀਆਂ, ਜਿਹਨੇ ਪੰਜਾਬ ਨੂੰ ਆਬਾਦੀ ਦੇ ਰਸਤੇ ਤੇ ਤੋੜ ਦਿੱਤਾ, ਜਿਹਦੇ ਕਰਕੇ ਦਹਿਸ਼ਤਗਰਦੀ, ਸਰਕਾਰੀ ਦਹਿਸ਼ਤਗਰਦੀ, ਦੂਜੀ ਦਹਿਸ਼ਤਗਰਦੀ 'ਚ 30,000 ਬੰਦਾ ਮਰਿਆ, ਜਿਹਦੇ ਕਰਕੇ ਪੰਜਾਬ ਦਾ ਹਰ ਪਿੰਡ ਸੁਲ ਗਿਆ, ਜਿਹਦੇ ਕਰਕੇ ਪੰਜਾਬ ਦੇ ਹਰ ਪਰਿਵਾਰ ਦੇ ਵਿੱਚ, ਚਾਹੇ ਉਹਨਾਂ ਦਾ ਸਿੱਧੇ ਤੌਰ ਤੇ ਕੋਈ ਨੁਕਸਾਨ ਹੋਇਆ ਹੋਵੇ ਨਾ ਹੋਇਆ ਹੋਵੇ, ਪਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਵੀ ਪੀੜਤ ਹੁੰਦੇ ਰਹੇ। ਕੋਈ ਉਹਨਾਂ ਦਾ ਦੋਸਤ ਗਿਆ, ਕੋਈ ਰਿਸ਼ਤੇਦਾਰ ਗਿਆ, ਕੋਈ ਨਾ ਕੋਈ ਉਹਨਾਂ ਦੇ ਵਿੱਚੋਂ ਗਿਆ। ਉਹਨਾਂ ਦੇ ਦਿਨ ਮੁੜ ਕੇ ਨਾ ਆਉਣ, ਇਹ 'ਚ ਪੰਜਾਬੀਆਂ ਦੇ ਮੱਥੇ ਦੇ ਉੱਤੇ ਇੱਕ ਕਹਿ ਲਓ ਵੀ ਚਿਰਾਗ ਬਾਲਣ ਦੀ ਜ਼ਰੂਰਤ ਹੈ। ਚਿਰਾਗ ਬਲੇ, ਪਰ ਜੋ ਹਾਲਾਤ ਬਣ ਰਹੇ ਨੇ ਜਾਂ ਬਣਾਏ ਜਾ ਰਹੇ ਨੇ, ਉਹ ਕਾਫੀ ਚਿੰਤਾ ਵਾਲੇ। ਦਸਾਂਝ ਸਾਹਿਬ, ਗੁਜਰਾਤ 'ਚ ਕਾਫੀ ਭਾਸ਼ਣਬਾਜ਼ੀ ਕਰ ਰਹੇ ਆ ਭਗਵੰਤ ਮਾਨ ਹੋਣੀ, ਤੇ ਉਸ ਤਰ੍ਹਾਂ ਦਾ ਹੀ ਮਜਾਈਆ ਅੰਦਾਜ਼ ਜਿਹੜਾ ਇਲੈਕਸ਼ਨਾਂ 'ਚ ਹੁੰਦਾ। ਵੈਸੇ ਮੈਨੂੰ ਲੱਗਦਾ ਇਲੈਕਸ਼ਨਾਂ ਦਾ ਵੀ ਇੱਕ ਸਵਾਦ ਹੁੰਦਾ ਜਿਹੜੇ ਪੋਲੀਟੀਸ਼ੀਅਨਾਂ ਨੂੰ, ਜਿੱਦਾਂ ਕਿਹਾ ਜਾਂਦਾ ਸੀ ਬਾਦਲ ਬਾਰੇ ਕਿ ਜਦੋਂ ਇਲੈਕਸ਼ਨ ਆਉਂਦੀ ਆ ਤੇ ਉਹ ਬਿਲਕੁਲ ਉਹਦੇ ਗੋਡੇ ਗਿੱਟੇ ਬਿਲਕੁਲ ਠੀਕ ਹੋ ਜਾਂਦੇ ਆ, ਤੇ ਉਹ ਸਵੇਰੇ 4 ਵਜੇ ਉੱਠ ਕੇ ਬਹਿ ਜਾਂਦੇ ਤਿਆਰ ਹੋ ਕੇ ਫੀਲਡ ਵਿੱਚ ਜਾਣ ਲਈ। ਤੇ ਇਸ ਤਰ੍ਹਾਂ ਹੀ ਮੈਨੂੰ ਲੱਗਦਾ ਕਿ ਵਿਆਹ ਵਰਗਾ ਜਿਹਾ ਮਾਹੌਲ ਲੱਗਦਾ ਇਹਨਾਂ ਦਾ, ਲੀਡਰਾਂ ਦਾ, ਜਦੋਂ ਇਲੈਕਸ਼ਨ ਆਉਂਦੀ ਆ। ਹਾਲਾਂਕਿ ਜਿੱਤ ਹਾਰ ਉਹਨਾਂ ਵਾਸਤੇ ਬੜੀ ਮਾਇਨੇ ਰੱਖਦੀ ਹੁੰਦੀ ਆ, ਕਿਉਂਕਿ ਉਹਨਾਂ ਨੇ ਬਹੁਤ ਸਾਰਾ ਅੱਜ ਕੱਲ੍ਹ ਮਹਿੰਗਾ ਕੰਮ ਹੋ ਗਿਆ, ਧਨ ਲਾਇਆ ਹੁੰਦਾ, એનર્ਜੀ ਲਾਈ ਹੁੰਦੀ ਆ। ਪਰ ਜਿਸ ਤਰ੍ਹਾਂ ਦੀ ਜੁਮਲੇਬਾਜ਼ੀ, ਚੁਟਕਲੇਬਾਜ਼ੀ, ਜੋ ਕੁਝ ਸਟੇਜਾਂ ਤੇ ਇਲੈਕਸ਼ਨਾਂ ਦੇ ਦੌਰਾਨ ਹੁੰਦਾ ਆ, ਬਾਕੀ ਟਾਈਮ 'ਚ ਵੇਖਣ ਨੂੰ ਨਹੀਂ ਮਿਲਦਾ। ਤੇ ਭਗਵੰਤ ਮਾਨ ਹੋਰਾਂ ਦੀ ਜੁਮਲੇਬਾਜ਼ੀ ਕਾਫੀ ਉੱਥੇ ਪਾਪੂਲਰ ਹੋ ਰਹੀ ਆ। ਦੂਜੇ ਪਾਸੇ ਪੰਜਾਬ 'ਚ ਤੇ ਕਹਿ ਰਹੇ ਹੋ ਕਿ ਕਾਫੀ ਟਰੋਲ ਕੀਤਾ ਜਾ ਰਿਹਾ ਉਹਨਾਂ ਨੂੰ ਕਿ ਕੋਈ ਗੱਲ ਨਹੀਂ, ਤੁਸੀਂ ਗੁਜਰਾਤ 'ਚ ਘੁੰਮ ਫਿਰ ਰਹੇ ਹੋ, ਪੰਜਾਬ ਦਾ ਰੱਬ ਰੱਖਾ, ਪੰਜਾਬ ਦਾ ਕੀ ਆ। ਦੇਖੋ, ਟਰੋਲ ਤਾਂ ਲਾਜ਼ਮੀ, ਉਹਨਾਂ ਨੂੰ ਬਹੁਤ ਸਾਰੇ ਟਵਿੱਟਰ ਹੈਂਡਲ ਤੋਂ ਟਰੋਲ ਉਹਨਾਂ ਨੂੰ ਬਹੁਤ ਕੀਤਾ ਗਿਆ ਬਈ ਤੁਸੀਂ ਉੱਥੇ ਗੁਜਰਾਤ ਚਲੇ ਗਏ ਤੇ ਗੁਜਰਾਤ ਅੱਗੇ ਨਾਲੋਂ ਬਿਹਤਰ ਹੈ। ਵੱਖਰੀ ਗੱਲ ਹੈ ਕਿ ਟਰੋਲ ਅਕਾਦਮੀ ਹੁੰਦੀ ਹੈ, IT ਸੈੱਲ ਕੰਮ ਕਰਦੇ ਹੈ, BJP ਦਾ ਆਪਣਾ IT ਸੈੱਲ ਇੱਥੇ ਕੰਮ ਕਰ ਰਿਹਾ ਹੋਏਗਾ ਤੇ ਜਿਹਦੇ ਬਹੁਤ ਵੱਡੀ ਤਾਦਾਦ ਵਿੱਚ ਲੋਕ ਇਨਵੋਲਵ ਹੁੰਦੇ ਆ, ਪਰ ਉਹਦੇ 'ਚ ਇਹ ਗੱਲ ਆਮ ਲੋਕਾਂ 'ਚ ਚਲੀ ਜਾਂਦੀ ਹੈ। ਤੇ ਜਿਹੜੀ ਗੱਲ ਲੋਕ ਜਿਹੜੀ ਹੈ ਇਸ ਗੱਲ ਨੂੰ ਸਮਝਦੇ ਵੀ ਹੈ ਕਿ ਤੁਸੀਂ ਗੁਜਰਾਤ ਚਲੇ ਗਏ ਪੰਜਾਬ ਨੂੰ ਲਵਾਰਸ ਛੱਡ ਕੇ, ਪੰਜਾਬ ਦੀਆਂ ਸਮੱਸਿਆਵਾਂ ਵੱਧ ਰਹੀਆਂ। ਤੁਸੀਂ ਪਰਾਲੀ ਦਾ ਜ਼ਿਕਰ ਕੀਤਾ, ਪੰਜਾਬ ਦੇ ਅਮਨ ਸ਼ਾਂਤੀ ਦਾ ਜ਼ਿਕਰ ਜਿਹੜਾ ਲੋਕਾਂ ਨੂੰ ਸਤਾਉਣ ਲੱਗ ਪਿਆ। ਪੰਜਾਬ ਦੇ ਵਿੱਚ ਲੋਕ ਸੜਕਾਂ ਦੇ ਉੱਤੇ ਹੈਗੇ ਆ, ਵੱਖ-ਵੱਖ ਵਰਗਾਂ ਦੇ ਲੋਕ ਜਿਹੜੇ ਆ ਉਹ ਐਜੀਟੇਟ ਹੈਗੇ ਆ, ਤੇ ਕਿਸਾਨ ਵੀ ਵੱਖ-ਵੱਖ ਥਾਵਾਂ ਦੇ ਉੱਤੇ ਬੈਠੇ ਆ। ਕੱਲ੍ਹ ਵੀ ਮੈਂ ਦੇਖਿਆ ਸੀ ਵੀ ਕੁਝ ਟੋਲ ਪਲਾਜ਼ਿਆਂ ਤੇ ਹਾਲੇ ਵੀ ਕਿਸਾਨ ਬੈਠੇ ਆ ਵੀ ਟੋਲ ਪਲਾਜ਼ੇ ਨਹੀਂ ਚੱਲਣ ਦੇਣੇ। ਉੱਧਰ CM ਹਾਊਸ ਜਿਹੜਾ ਆ ਸੰਗਰੂਰ ਦੇ ਵਿੱਚ, ਉਹਦੇ ਬਾਹਰ 3 ਕਿਲੋਮੀਟਰ ਲੰਬਾ ਜਾਮ ਜਿਹੜਾ ਆ ਕਿਸਾਨਾਂ ਨੇ ਪੱਕਾ ਲਾਇਆ ਹੋਇਆ, ਪੱਕੇ ਮੋਰਚੇ ਦੇ ਵਿੱਚ। ਲੋਕ ਫਿਰ ਟਰੋਲ ਕਰਦੇ ਆ ਵੀ ਭਾਈ ਗੁਜਰਾਤ ਪੰਜਾਬ ਨਾਲੋਂ ਬਿਹਤਰ ਹੈ, ਤੁਸੀਂ ਪੰਜਾਬ ਤੁਹਾਨੂੰ ਸੌਂਪਿਆ ਪੰਜਾਬੀਆਂ ਨੇ, ਪੰਜਾਬ ਰਹਿ ਕੇ ਪੰਜਾਬੀਆਂ ਦੀ ਸੇਵਾ ਕਰੋ, ਪੰਜਾਬ ਲਈ ਕੰਮ। ਇੱਦਾਂ ਦਾ ਮਤਲਬ ਟਰੋਲਾਂ ਨੂੰ ਬੜੇ ਵੱਡੇ ਪੱਧਰ ਤੇ ਕੀਤਾ ਜਾ ਰਿਹਾ। ਪਰ ਗੱਲ ਇਹ ਆ ਕਿ ਇਹ ਸੋਚ ਕੇ ਹੈਰਾਨੀ ਵੀ ਹੁੰਦੀ ਹੈ ਵੀ ਬਿਲਕੁਲ ਨਾਲ ਤਾਂ ਪੰਜਾਬ ਦੇ ਹਿਮਾਚਲ ਲੱਗਦਾ ਹੈ, ਤੇ ਹਿਮਾਚਲ ਦੀਆਂ ਚੋਣਾਂ ਜਿਹੜੀਆਂ ਅਨਾਊਂਸ ਹੋ ਚੁੱਕੀਆਂ, ਤਰੀਕਾਂ ਅਨਾਊਂਸ ਹੋ ਚੁੱਕੀਆਂ, ਪਰ ਭਗਵੰਤ ਮਾਨ ਜਿਹੜੇ ਆ ਉਹਨਾਂ ਨੂੰ ਹਿਮਾਚਲ ਨਹੀਂ ਭੇਜਿਆ ਗਿਆ, ਉਹਨਾਂ ਨੂੰ ਗੁਜਰਾਤ ਭੇਜਿਆ ਗਿਆ। ਹਿਮਾਚਲ ਮਨੀਸ਼ ਸਿਸੋਦੀਆ ਦੀ ਡਿਊਟੀ ਹੈ, ਜਾਂ ਇੱਥੋਂ ਦੇ ਕੁਝ ਮੰਤਰੀ ਪੰਜਾਬ ਆਮ ਆਦਮੀ ਪਾਰਟੀ ਸਰਕਾਰ ਦੇ ਜਾਂ ਵਿਧਾਇਕ, ਉਹਨਾਂ ਨੂੰ ਭੇਜਿਆ ਗਿਆ। ਪਰ ਕੇਜਰੀਵਾਲ ਦੇ ਨਾਲ ਪ੍ਰਚਾਰ, ਧੂਆਂਧਾਰ ਪ੍ਰਚਾਰ ਜੇ ਕੋਈ ਕਰ ਰਿਹਾ ਤੇ ਪੰਜਾਬ ਦੇ ਮੁੱਖ ਮੰਤਰੀ ਜਾ ਕੇ ਗੁਜਰਾਤ ਵਿੱਚ ਕਰਦੇ, ਜਿੱਥੇ ਹਾਲੇ ਚੋਣਾਂ ਵੀ ਅਨਾਊਂਸ ਹੋਈਆਂ। ਇਹਦਾ ਮਤਲਬ ਹੈ ਕਿ ਬਹੁਤ ਸੀਰੀਅਸਲੀ ਉਹਨਾਂ ਨੇ ਗੁਜਰਾਤ ਦੀ ਚੋਣ ਲੈ ਲਈ ਹੈ, ਕਿਉਂਕਿ ਇੱਕ ਬ੍ਰਾਂਡ ਤੁਸੀਂ ਬ੍ਰਾਂਡ ਜਿਹੜਾ ਉਹ ਪੇਸ਼ ਕਰਨਾ ਹੁੰਦਾ, ਬ੍ਰਾਂਡਿੰਗ ਕਰਨੀ ਹੁੰਦੀ ਹੈ। ਦਿੱਲੀ 'ਚ ਆਮ ਆਦਮੀ ਪਾਰਟੀ ਦਾ ਰਾਜ, ਉੱਥੋਂ ਦੇ ਮੁੱਖ ਮੰਤਰੀ ਗੁਜਰਾਤ 'ਚ, ਪੰਜਾਬ 'ਚ ਆਮ ਆਦਮੀ ਪਾਰਟੀ ਦੀ ਹਕੂਮਤ, ਉੱਥੋਂ ਦੇ ਮੁੱਖ ਮੰਤਰੀ ਗੁਜਰਾਤ 'ਚ।
ਇਹ ਬ੍ਰਾਂਡਿੰਗ ਹੋ ਰਹੀ ਹੈ ਕਿਸਮ ਦੱਸ ਕੇ ਵੀ ਦੇਖੋ ਆ ਦਿੱਲੀ ਵੀ ਅਸੀਂ ਸੁਰਗ ਬਣਾ ਦਿੱਤੀ ਹੈ। ਖਾਸ ਤੌਰ ਤੇ ਹੈਲਥ ਤੇ ਐਜੂਕੇਸ਼ਨ ਦਾ ਬਹੁਤ ਵੱਡੇ ਪੱਧਰ ਦੇ ਉੱਤੇ ਚਰਚਾ ਉਹ ਕਰਦੇ ਆ ਤੇ ਪੰਜਾਬ ਵੀ ਜਿਹੜਾ ਹੈ ਉਸ ਪਾਸੇ ਵੱਲ ਨੂੰ ਵੱਧ ਗਿਆ ਹੈ। ਪੰਜਾਬ ਦੇ ਵਿੱਚ ਉਹ ਸਾਰੀਆਂ ਗੱਲਾਂ ਪੇਸ਼ ਕਰ ਰਹੇ ਆ। ਕਰਪਸ਼ਨ ਦੇ ਖਿਲਾਫ ਜ਼ੀਰੋ ਟੋਲਰੈਂਸ ਹੈ ਜੀ ਸਾਡੀ। 2200-2300 ਬੰਦਾ ਦੱਸ ਰਹੇ ਆ ਉੱਥੇ ਜਾ ਕੇ ਵੀ ਅਸੀਂ ਜੇਲ੍ਹਾਂ 'ਚ ਡੱਕਦਾ ਹੈ ਜਿਨ੍ਹਾਂ ਨੇ ਕਰਪਸ਼ਨ ਕੀਤੀ ਹੈ। ਅਸੀਂ ਕਰਪਸ਼ਨ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਦੇ। ਕੁਝ ਹੋਰ ਨੌਕਰੀਆਂ ਦੇ ਜਿਹੜੇ ਗੱਲਾਂ ਬਾਤਾਂ ਕੀਤੀਆਂ ਜਾ ਰਹੀਆਂ ਇੰਨੀਆਂ ਨੌਕਰੀਆਂ ਦੇ ਦਿੱਤੀਆਂ। ਸੋ ਪੰਜਾਬ ਨੂੰ ਜਿਹੜਾ ਉੱਥੇ ਜਾ ਕੇ ਗੁਜਰਾਤ ਦੇ ਵਿੱਚ ਇੱਦਾਂ ਪੇਸ਼ ਕੀਤਾ ਜਾ ਰਿਹਾ ਕਿ ਇਹ ਆਮ ਆਦਮੀ ਪਾਰਟੀ ਦੀ ਅਗਵਾਈ ਦੇ ਵਿੱਚ ਇੱਕ ਮਾਡਲ ਸਟੇਟ ਬਣ ਗਈ ਹੈ ਤੇ ਉਹ ਇੱਕ ਸਿਆਸੀ ਮਜਬੂਰੀ ਉਹਨਾਂ ਦੀ ਹੋ ਸਕਦੀ ਹੈ ਵੀ ਹਾਂ ਵੀ ਉਹਨਾਂ ਨੇ ਉੱਥੇ ਚੋਣ ਲੜਨੀ ਹੈ ਜਿੱਥੇ ਹਾਲੇ ਚੋਣ ਅਨਾਊਂਸ ਨਹੀਂ ਹੋਈ। ਦੀਵਾਲੀ ਤੋਂ ਬਾਅਦ ਹੀ ਚੋਣ ਅਨਾਊਂਸ ਹੋਏਗੀ ਮੈਨੂੰ ਲੱਗਦਾ। ਪਰ ਹਿਮਾਚਲ ਨੂੰ ਬਹੁਤਾ ਸੀਰੀਅਸਲੀ ਲੱਗਦਾ ਉਹ ਨਹੀਂ ਲੈ ਰਹੀ ਆਮ ਆਦਮੀ ਪਾਰਟੀ। ਗੁਜਰਾਤ ਤੇ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾ ਤੇ ਉਹਨਾਂ ਨੂੰ ਉਮੀਦ ਵੀ ਹੈ ਵੀ ਸ਼ਾਇਦ ਅਸੀਂ ਕਾਂਗਰਸ ਦੀ ਥਾਂ ਮੰਨ ਲਵਾਂਗੇ ਗੁਜਰਾਤ ਵਿੱਚ। ਇੱਦਾਂ ਦਾ ਮਾਹੌਲ ਜਿਹੜਾ ਆ ਉਹ ਸਿਰਜ ਦਿੱਤਾ ਗਿਆ ਪਰ ਪੰਜਾਬ ਨੂੰ ਲਵਾਰਸ ਛੱਡ ਦਿੱਤਾ ਗਿਆ ਜਿਹਦੇ ਕਰਕੇ ਪੰਜਾਬ ਦਾ ਆਮ ਬੰਦਾ ਜਿਹੜਾ ਹੈ ਇਸ ਸਰਕਾਰ ਦੇ ਖਿਲਾਫ ਟਿੱਪਣੀਆਂ ਖੁੱਲ੍ਹ ਕੇ ਆਪਣੀ ਸੋਸ਼ਲ ਮੀਡੀਆ ਤੇ ਕਰ ਰਿਹਾ। ਦਸਾਂਝ ਸਾਹਿਬ ਕੋਈ ਜ਼ਮਾਨਾ ਹੋਇਆ ਕਰਦਾ ਸੀਗਾ ਪੰਜਾਬ ਦੀਆਂ ਜੇਲ੍ਹਾਂ ਦੀ ਜਦੋਂ ਗੱਲ ਕਰਦੇ ਆ ਉਹਦੇ 'ਚ ਕਿਹਾ ਜਾਂਦਾ ਸੀ ਕਿ ਜਿਹੜੀ ਬੜੈਲ ਵਾਲੀ ਜੇਲ੍ਹ ਆ ਇਹ ਪੋਲੀਟੀਕਲ ਜੇਲ੍ਹ ਆ, ਇੱਥੇ ਪੋਲੀਟੀਕਲ ਕੈਦੀ ਰੱਖੇ ਜਾਂਦੇ ਆ ਜਾਂ ਐਜੀਟੇਸ਼ਨ ਵਾਲੇ ਲੋਕ। ਮੈਨੂੰ ਵੀ ਮੌਕਾ ਮਿਲਿਆ ਸੀ ਥੋੜ੍ਹਾ ਜਿਹਾ ਇੱਕ ਵਾਰੀ ਸਮਾਂ ਕੱਟਣ ਦਾ ਉੱਥੇ। ਔਰ ਦੂਜੇ ਪਾਸੇ ਜਾਂ ਆਪਾਂ ਸੁਣਦੇ ਰਹੇ ਹਾਂ ਸਿਕਿਉਰਿਟੀ ਜੇਲ੍ਹ, ਨਾਭੇ ਵਾਲੀ ਸਿਕਿਉਰਿਟੀ ਜੇਲ੍ਹ, ਅੰਮ੍ਰਿਤਸਰ ਵਾਲੀ ਸਿਕਿਉਰਿਟੀ ਜੇਲ੍ਹ, ਬੜਾ ਚਰਚਾ ਹੁੰਦਾ ਸੀਗਾ। ਪਰ ਅੱਜ ਕੱਲ੍ਹ ਚਰਚਾ ਹੈ ਪਟਿਆਲਾ ਜੇਲ੍ਹ ਦਾ। ਉਹ ਕਿਉਂ VIP ਜੇਲ੍ਹ ਬਣ ਗਈ ਹੈ? ਸਾਰੇ ਹੀ ਜਿਹੜੇ ਬਿਊਰੋਕਰੇਟ ਤੇ ਪੋਲੀਟੀਕਲ ਬੰਦੇ ਅਰੈਸਟ ਹੋ ਰਹੇ ਆ, ਸਭ ਨੂੰ ਇੱਕੋ ਹੀ ਜੇਲ੍ਹ 'ਚ ਇਕੱਠਿਆ ਕੀਤਾ ਜਾ ਰਿਹਾ। ਇੱਕ ਪਾਸੇ ਜੇਲ੍ਹ ਸੁਪਰਡੈਂਟ ਵੀ ਇਸ ਗੱਲ ਨੂੰ ਲੈ ਕੇ ਪਰੇਸ਼ਾਨ ਨੇ ਕਿ ਸਾਡੇ ਵਾਸਤੇ ਸਿਕਿਉਰਿਟੀ ਦਾ ਖਤਰੇ ਵੱਧ ਰਹੇ ਆ ਤੇ ਦੂਜੇ ਪਾਸੇ ਕੀ ਇਹ ਸਾਰੇ ਹੀ ਲੋਕਾਂ ਨੂੰ ਇਕੱਠਿਆ ਕਰਕੇ ਆਫਟਰ ਆਲ ਅੰਦਰ ਤੇ ਮਿਲਦੇ ਹੀ ਆ ਨਾ ਜੀ ਲੋਕ। ਇੰਨਾ ਤੇ ਕਿਤੇ ਚੱਕੀਆਂ 'ਚ ਤਾਂ ਲੱਗੇ ਨਹੀਂ ਵੀ ਉਹਨਾਂ ਨੂੰ ਚੱਕੀ 'ਚ ਬੰਦ ਕੀਤਾ 8x8 ਦੀ 'ਚ ਤੇ ਦਿਨ ਦੇ ਟਾਈਮ ਉਹਨਾਂ ਨੂੰ ਖੁੱਲੇ ਛੱਡਿਆ ਜਾਂਦਾ, ਇੱਕ ਦੂਜੇ ਨੂੰ ਮਿਲਦੇ ਹੋਣਗੇ, ਸਕੀਮਾਂ ਬਣਦੀਆਂ ਹੋਣਗੀਆਂ। ਆਫਟਰ ਆਲ ਇੰਨੇ ਸਮਾਂ ਉਹ ਤਾਕਤ 'ਚ ਰਹੇ ਨੇ ਲੋਕ, ਚਾਹੇ ਸਾਧੂ ਸਿੰਘ ਧਰਮਸੋਤ ਹੋਵੇ, ਆਸ਼ੂਰੀ ਹੋਣ, ਸਿੱਧੂ ਸਾਹਿਬ ਵੀ ਸੁੱਖ ਨਾਲ ਉੱਥੇ ਨੇ, ਹੁਣ IAS ਅਫਸਰ ਸਾਰੇ ਵੀ ਉੱਥੇ ਜਾਈ ਜਾ ਰਹੇ ਨੇ। ਤੇ ਇਹ ਕੀ ਗੱਲ ਹੈ ਕਿ ਇੱਕੋ ਹੀ ਜੇਲ੍ਹ ਕਿਉਂ, ਇਹਨਾਂ ਨੂੰ ਵੱਖਰੇ ਵੱਖਰੇ ਕਿਉਂ ਨਹੀਂ ਰੱਖਿਆ ਜਾ ਰਿਹਾ? ਕਈ ਵਾਰੀ ਇਹ ਹੁੰਦਾ ਕਿ ਹਾਂ ਵੀ ਕਿਹੜੀ ਜੇਲ੍ਹ ਦੇ ਵਿੱਚ ਕਿਸ ਤਰ੍ਹਾਂ ਦੇ ਕੈਦੀ ਰੱਖਣੇ ਆ। ਜਿੱਦਾਂ ਸਾਡੇ ਇੱਥੇ ਜੇਲ੍ਹਾਂ ਜਿਹਨਾਂ ਨੂੰ ਤੁਸੀਂ ਕੈਟੇਗਰਾਈਜ਼ ਕਰ ਦਿੱਤਾ ਆਪੇ ਗੱਲ ਕਰਕੇ ਉੱਦਾਂ ਬਣਾ ਦਿੱਤਾ ਜਾਂਦਾ ਵੀ ਹਾਈ ਸਿਕਿਉਰਿਟੀ ਜੇਲ੍ਹ ਆ ਜਾਂ ਜਿਹੜੇ ਮਤਲਬ ਬਹੁਤੇ ਗੈਂਗਸਟਰ ਇਸ ਜੇਲ੍ਹ 'ਚ ਰੱਖਦੇ ਆ। ਪਰ ਉਹਨਾਂ ਬਾਰੇ ਹੁਣ ਨਵੀਂ ਇੱਕ ਨੀਤੀ ਆ ਰਹੀ ਹੈ ਵੀ ਜਿਹੜੇ ਇਸ ਤਰ੍ਹਾਂ ਦੇ ਲੋਕ ਜਿਹੜੇ ਹੈਗੇ ਆ ਉਹਨਾਂ ਦੀਆਂ ਜੇਲ੍ਹਾਂ ਲਗਾਤਾਰ ਬਦਲੀਆਂ ਜਾ ਰਹੀਆਂ। ਮਤਲਬ ਕਿ ਸਾਲ ਦੇ ਵਿੱਚ 2-3 ਵਾਰੀ ਉਹਨਾਂ ਨੂੰ ਬਦਲ ਦਿੱਤਾ ਜਾਂਦਾ ਤਾਂ ਜੋ ਜਿਹੜੇ ਇਸ ਤਰ੍ਹਾਂ ਦੇ ਲੋਕ ਆ ਗੈਂਗਸਟਰ ਜਾਂ ਜਿਹੜੇ ਬਾਕੀ ਕ੍ਰਾਈਮ ਕਰਕੇ ਗਏ ਹੋਏ ਆ ਉਹ ਆਪਣਾ ਕੋਈ ਗੁੱਟ ਨਾ ਬਣਾ ਸਕਣ ਕੋਈ। ਕਿਉਂਕਿ ਉਹ ਕਈ ਵਾਰੀ ਜਿਹੜੀ ਜੇਲ੍ਹ ਕਰਮਚਾਰੀ ਉਹਨਾਂ ਨਾਲ ਵੀ ਮਿਲੀ ਕਰਕੇ ਉਹ ਸਾਰਾ ਕੁਝ ਹੁੰਦਾ ਹੈ। ਉਹਨਾਂ ਦੀ ਟੈਸਟਿੰਗ ਜਿਹੜੀ ਆ ਲਾ ਦਿੱਤੀ ਗਈ ਹੈ। ਕਿਸੇ ਨੂੰ ਨਾਭੇ ਭੇਜ ਦਿੱਤਾ ਜਾਂਦਾ ਹੈ 3 ਮਹੀਨਿਆਂ ਬਾਅਦ ਨਾਭੇ ਤੋਂ ਚੱਕ ਕੇ ਲੁਧਿਆਣੇ, ਫਿਰ 3-4 ਮਹੀਨਿਆਂ ਬਾਅਦ ਲੁਧਿਆਣੇ ਤੋਂ ਚੱਕ ਕੇ ਕਿਤੇ ਫਿਰੋਜ਼ਪੁਰ, ਇੱਦਾਂ ਇੱਕ ਰੋਟੇਸ਼ਨ ਜਿਹੀ ਚੱਲ ਰਹੀ ਹੈ। ਪਰ ਜਿਹੜੇ ਸਿਆਸੀ ਕੈਦੀ ਹੈਗੇ ਆ ਭਾਵੇਂ ਉਹ ਸਿਆਸਤ ਕਰਕੇ ਨਹੀਂ ਗਏ ਕੈਦ 'ਚ, ਵੀ ਉਹ ਕੋਈ ਆਪਣੀ ਸਿਆਸਤ ਜਿਹੜੀ ਆ ਕੋਈ ਵਿਰੋਧੀ ਜਿਹੜੀ ਧਿਰ ਹੈ ਤੇ ਉਹ ਉਹਨਾਂ ਦੀ ਸਿਆਸਤ ਕਰਕੇ ਉਹਨਾਂ ਨੂੰ ਜੇਲ੍ਹ 'ਚ ਸੁੱਟਿਆ ਹੋਵੇ, ਜਿੱਦਾਂ ਐਮਰਜੈਂਸੀ ਦੇ ਦੌਰਾਨ ਸੀ ਜਾਂ ਜਿੱਦਾਂ ਲਾਲ ਕ੍ਰਿਸ਼ਨ ਅਡਵਾਨੀ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਉਹ ਹੋਰ ਤਰ੍ਹਾਂ ਦੇ ਕੇਸ ਸੀਗੇ। ਇਹ ਤਾਂ ਹੁਣ ਕੇਸ ਜਿਹੜੇ ਆ ਸਿਆਸਤਦਾਨ ਜਾ ਰਹੇ ਨੇ ਉਹਦੇ 'ਚ ਬਹੁਤੇ ਜਿਹੜੇ ਆ ਉਹ ਕਰਪਸ਼ਨ ਦੇ ਕੇਸਿਸ ਦੇ ਵਿੱਚ ਜਿਹੜੇ ਅੰਦਰ ਹੈ। ਜਿਹੜੇ ਨਵਜੋਤ ਸਿੰਘ ਸਿੱਧੂ ਉਹਨਾਂ 'ਤੇ ਕਰਪਸ਼ਨ ਦਾ ਕੋਈ ਇਲਜ਼ਾਮ ਨਹੀਂ ਹੈ। ਉਹਨਾਂ ਦਾ ਇੱਕ ਕੇਸ ਆਪਾਂ ਨੂੰ ਪਤਾ ਹੈ ਵੀ ਉਹ ਉਸ ਕੇਸ ਦੇ ਵਿੱਚ ਸਜ਼ਾ ਭੁਗਤ ਰਹੇ, ਬਾਕੀ ਹਵਾਲਾਤੀ ਦੇ ਤੌਰ 'ਤੇ ਹਾਲੇ ਉਹ ਸਜ਼ਾ ਨਹੀਂ ਭੁਗਤ ਰਹੇ। ਬਿਕਰਮ ਸਿੰਘ ਮਜੀਠੀਆ ਜਿਹੜੀ ਆ ਉਹ ਜ਼ਮਾਨਤ ਕਰਾ ਕੇ ਵਾਪਸ ਆ ਗਏ ਨੇ, ਬਾਹਰ ਆ ਗਏ ਨੇ ਜਨਤਕ ਜੀਵਨ ਦੇ ਵਿੱਚ। ਬਾਕੀ ਜਿੰਨੇ ਵੀ ਹੈਗੇ ਆ ਇਸ ਸਰਕਾਰ ਨੇ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਉਹਨਾਂ ਨੂੰ ਹਵਾਲਾਤੀ ਦੇ ਤੌਰ 'ਤੇ ਅਸੀਂ ਕੰਸੀਡਰ ਕਰਦੇ ਹਾਂ, ਹਾਲੇ ਉਹ ਕੈਦੀ ਨਹੀਂ ਹੈ। ਤੇ ਪਰ ਫਿਰ ਵੀ ਉਹਨਾਂ ਵਾਸਤੇ ਜਿਹੜੀ ਜੇਲ੍ਹ ਹੈ ਉਹ ਇਹ ਲੱਗਦਾ ਕਿ ਸਪੈਸ਼ਲ ਬਣਾ ਦਿੱਤੀ ਗਈ ਹੈ ਵੀ ਹਾਂ ਪਟਿਆਲਾ ਜੇਲ੍ਹ ਦੇ ਵਿੱਚ, ਪਟਿਆਲੇ 'ਚ 2 ਜੇਲ੍ਹਾਂ ਹੈਗੀਆਂ, ਸ਼ਾਇਦ ਨਾਭੇ 'ਚ 2 ਜੇਲ੍ਹਾਂ ਤੇ ਉੱਥੇ ਉਹਨਾਂ ਲਈ ਜਗ੍ਹਾ ਪੱਕੀ ਕਰ ਦਿੱਤੀ ਲੱਗਦੀ ਹੈ। ਸ਼ਾਇਦ ਸਿਆਸੀ ਬੰਦੇ ਜਿਹੜੇ ਕਿਸੇ ਵੀ ਦੋਸਤ ਦੇ ਵਿੱਚ ਅੰਦਰ ਗਏ ਹੋਣ ਉਹਨਾਂ ਵਾਸਤੇ ਸ਼ਾਇਦ ਉੱਥੇ ਬਿਹਤਰ ਤਰੀਕੇ ਦੇ ਨਾਲ ਉਹਨਾਂ ਨੂੰ ਕੰਟਰੋਲ ਕਰਨ ਦੀ ਜਿਹੜੀ ਵਿਵਸਥਾ ਹੋਏਗੀ। ਹੈਲੋ ਕਾਲ ਸੀ ਜੀ, ਮੈਂ ਕਿਹਾ ਕੋਸ਼ਿਸ਼ ਕਰੀਏ ਕੌਣ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ।
हेलो हेलो। हाँ नहीं जी, बोले नहीं। अच्छा दਸਾਂਝ ਸਾਹਿਬ, ਸਿਸੋਦੀਆ ਸਾਹਿਬ ਬੜੀ ਚਰਚਾ 'ਚ ਨੇ। ਉਹਨਾਂ ਨੂੰ ਅੱਜ ਹੀ ਮੇਰੇ ਖਿਆਲ ਜਿਹੜਾ ਲੰਘਿਆ ਦਿਨ ਹੈ ਕੱਲ CBI ਨੇ ਬੁਲਾਇਆ ਸੀਗਾ, ਤੇ ਕੇਜਰੀਵਾਲ ਹੋਰਾਂ ਨੇ ਬੜਾ ਹੋ ਹੱਲਾ ਕੀਤਾ ਜੀ। ਉਹਨਾਂ ਨੂੰ ਘੱਟੋ ਘੱਟ ਗੁਜਰਾਤ ਦੀ ਹਿਮਾਚਲ ਦੀ ਇਲੈਕਸ਼ਨ ਤੱਕ 8 ਦਸੰਬਰ ਤੱਕ ਜੇਲ੍ਹ 'ਚ ਰੱਖਿਆ ਜਾਊਗਾ, ਉਸ ਤੋਂ ਬਾਅਦ ਉਹਨਾਂ ਨੂੰ ਤਾਲੇ ਖੁੱਲਣਗੇ ਉਹਨਾਂ ਦੇ। ਤੇ ਕੁਝ ਕੁ ਮੀਡੀਆ ਹਾਊਸਸ ਨੇ ਵੀ ਇਹ ਪ੍ਰਚਾਰ ਕੀਤਾ ਸੀ ਕਿ ਬੁਲਾਇਆ ਉਹਨਾਂ ਨੂੰ ਗਿਆ ਆ ਤੇ ਉਹਨਾਂ ਨੂੰ ਜ਼ਰੂਰ ਅਰੈਸਟ ਕਰ ਲਿਆ ਜਾਊਗਾ, ਪਰ ਉਹਨਾਂ ਦੀ ਕੋਈ ਤਰ੍ਹਾਂ ਦੀ ਅਰੈਸਟ ਨਹੀਂ ਪਈ। ਸਗੋਂ ਉਹਨਾਂ ਬਾਹਰ ਆ ਕੇ ਅੱਗੇ ਤੇ BJP ਤੇ ਇਲਜ਼ਾਮ ਲਾਉਂਦੇ ਸੀ ਕਿ ਮੈਨੂੰ ਆਫਰ ਕੀਤੀ ਆ ਕਿ ਤੁਸੀਂ CM ਬਣ ਜਾਓ ਤੇ ਆਪ ਨੂੰ ਛੱਡ ਦਿਓ। ਹੁਣ ਉਹਨਾਂ ਸਿੱਧੇ ਤੌਰ ਤੇ CBI ਨੂੰ ਕਹਿਤਾ ਕਿ CBI ਨੇ ਮੈਨੂੰ ਪ੍ਰੈਸ਼ਰਾਈਜ਼ ਕੀਤਾ ਕਿ ਤੂੰ ਆਪ ਛੱਡ ਕੇ ਤੇ BJP 'ਚ ਚਲਾ ਜਾ ਤੇ ਤੈਨੂੰ CM ਬਣਾ ਦਾਂਗੇ। ਇਹ ਸਿਆਸਤ ਦਾ ਹਿੱਸਾ ਆ ਕਿ ਜਾਂ ਫਿਰ ਇਹ ਸੱਚਮੁੱਚ ਹੀ ਪ੍ਰੈਸ਼ਰ, ਅੰਡਰ ਪ੍ਰੈਸ਼ਰ ਨੇ ਉਹ? ਦੇਖੋ, ਮੈਂ ਸਮਝਦਾ ਕਿ ਅੱਜ CBI ਨੇ ਉਹਨਾਂ ਤੋਂ ਕਾਫੀ ਲੰਮੀ ਪੁੱਛਗਿੱਛ ਕੀਤੀ ਹੈ। ਉਹਨਾਂ ਨੇ ਇਹ ਤਾਂ ਨਹੀਂ ਕਿਹਾ ਕਿ ਮੈਨੂੰ ਸਿੱਧਾ ਆਫਰ ਕੀਤਾ ਗਿਆ ਕਿ ਤੁਸੀਂ BJP ਸ਼ਾਮਲ ਹੋ। ਇਹ ਜ਼ਰੂਰ ਕਿਹਾ ਉਹਨਾਂ ਨੇ ਕਿ ਮੇਰੇ ਤੇ ਇੱਕ ਪ੍ਰੈਸ਼ਰ ਬਿਲਡ ਕੀਤਾ ਜਾ ਰਿਹਾ ਹੈ ਕਿ ਮੈਂ ਆਮ ਆਦਮੀ ਪਾਰਟੀ ਛੱਡਦਾ। ਤੇ ਸੰਕੇਤ ਇੱਦਾਂ ਦਾ ਕੀਤਾ ਜਾ ਰਿਹਾ ਕਿ BJP ਜੁਆਇਨ ਕਰ ਲਓ ਤੇ ਤੁਹਾਨੂੰ CM ਵੀ ਬਣਾ ਦਾਂਗੇ। ਮਤਲਬ ਉਹਨੇ ਸੰਕੇਤ ਲਫ਼ਜ਼ ਵਰਤਿਆ, ਆਫਰ ਵਾਲਾ ਲਫ਼ਜ਼ ਨਹੀਂ ਵਰਤਿਆ, ਪਰ ਆਮ ਆਦਮੀ ਪਾਰਟੀ ਨੂੰ ਛੱਡ ਦਿਓ, ਇੱਦਾਂ ਦਾ ਇੱਕ ਪ੍ਰੈਸ਼ਰ ਬਿਲਡ ਕੀਤਾ ਗਿਆ ਤੇ ਸੰਕੇਤ ਇਹ ਦਿੱਤਾ ਗਿਆ ਕਿ BJP ਜੁਆਇਨ ਕਰੋ ਤੇ CM ਵੀ ਬਣਾ ਦਿੱਤੇ ਜਾਓਗੇ। ਅੱਗੇ ਇਹ ਗੱਲ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਹਵਾਲੇ ਨਾਲ ਕੀਤੀ। ਮੈਨੂੰ ਲੱਗਦਾ ਹੈ ਕਿ ਇਹ ਸਾਰਾ ਕੁਝ ਇੱਕ ਸਿਆਸੀ ਕੰਡੇ ਹੈਗੇ ਆ ਵੀ ਜਦੋਂ ਤੁਹਾਡੇ ਤੇ ਇੱਕ ਦਬਾਅ ਦੀ ਸਥਿਤੀ ਬਣਦੀ ਹੈ ਤੁਸੀਂ ਇੱਦਾਂ ਦਾ ਮਾਹੌਲ ਕ੍ਰੀਏਟ ਕਰਦੇ ਹੋ ਤੇ ਜਿਹਦੇ ਕਰਕੇ ਜੇ ਕੋਈ ਐਕਸ਼ਨ ਹੋਣਾ ਤਾਂ ਉਹ ਐਕਸ਼ਨ ਰੁਕ ਵੀ ਜਾਂਦਾ ਕਈ ਵਾਰ। ਜਿੱਦਾਂ ਅਰਵਿੰਦ ਕੇਜਰੀਵਾਲ ਨੇ ਨੈਰੇਟਿਵ ਜਿਹਾ ਉਭਾਰਨਾ ਸ਼ੁਰੂ ਕਰ ਦਿੱਤਾ ਵੀ ਉਹਨਾਂ ਤੋਂ ਪਹਿਲਾਂ ਜੀ ਮਨੀਸ਼ ਸਿਸੋਦੀਆ ਨੂੰ ਗ੍ਰਿਫਤਾਰ ਕੀਤਾ ਜਾਏਗਾ। ਮੈਨੂੰ ਲੱਗਦਾ ਨਹੀਂ ਹੈ ਕਿ ਜਿਸ ਤਰ੍ਹਾਂ ਦੇ ਸਮੇਂ ਤੋਂ ਲੰਘ ਰਹੀ ਹੈ ਇਸ ਵੇਲੇ ਭਾਰਤ ਦੀ ਸਿਆਸਤ ਤੇ ਉਹਦੇ ਭਾਰਤੀ ਜਨਤਾ ਪਾਰਟੀ ਦੇ ਗੁਜਰਾਤ ਦੀਆਂ ਚੋਣਾਂ ਹੋਣ, ਹਿਮਾਚਲ ਦੀਆਂ ਚੋਣਾਂ ਹੋਣ, ਹਰਿਆਣੇ ਦੀਆਂ ਚੋਣਾਂ ਹੋਣ, ਵੀ ਕੋਈ ਇਸ ਤਰ੍ਹਾਂ ਦਾ ਆਤਮਘਾਤੀ ਕਦਮ ਚੁੱਕੇਗੀ ਵੀ ਮਨੀਸ਼ ਸਿਸੋਦੀਆ ਨੂੰ ਗ੍ਰਿਫਤਾਰ ਕਰ ਲਿਆ ਜਾਏ। ਹਾਂ, ਚੋਣਾਂ ਤੋਂ ਬਾਅਦ ਤਾਂ ਗ੍ਰਿਫਤਾਰੀ ਹੋ ਸਕਦੀ ਹੈ, ਪਹਿਲਾਂ ਜੇ ਗ੍ਰਿਫਤਾਰੀ ਕਰਨਗੇ ਤਾਂ ਇਹ ਸ਼ਾਇਦ ਸਿਆਸੀ ਤੌਰ ਦੇ ਉੱਤੇ ਆਤਮਘਾਤੀ ਹੋ ਸਕਦਾ BJP ਲਈ, ਕਿਉਂਕਿ ਸਿੰਪਥੀ ਵੇਵ ਜਿਹੜੀ ਹੈ ਚੱਲਿਆ ਕਰਦੀ। ਉਹਦਾ ਵੀ ਅਰਵਿੰਦ ਕੇਜਰੀਵਾਲ ਉਹਨਾਂ ਕੋਲ ਇਸ ਕਿਸਮ ਦੀ ਮਾਸਟਰੀ ਹੈਗੀ ਹੈ ਕਿ ਕਦੋਂ ਕਿਹੜੀ ਗੱਲ ਨੂੰ ਕਿੱਦਾਂ ਉਲਟਾ ਕੇ ਪੇਸ਼ ਕਰਨਾ। ਕੇਂਦਰ ਜੈਨ ਵਾਸਤੇ ਵੀ ਉਹ ਬਹੁਤ ਸਾਰੀਆਂ ਗੱਲਾਂ ਕਰ ਰਿਹਾ ਕਿ ਉਹਨਾਂ ਨੂੰ ਤਾਂ ਜੀ ਮਨੀਸ਼ ਸਿਸੋਦੀਆ ਬਾਰੇ ਇਹਨਾਂ ਨੂੰ ਤਾਂ ਭਾਰਤ ਨੂੰ ਇਨਾਮ ਮਿਲਣਾ ਚਾਹੀਦਾ, ਮਤਲਬ ਭਾਰਤ ਰਤਨ ਮਿਲਣਾ ਚਾਹੀਦਾ, ਵੀ ਤਾਂ ਇੰਨੇ ਵਧੀਆ ਕੰਮ ਇਹਨਾਂ ਨੇ ਕੀਤੇ ਹੈਲਥ ਸੈਕਟਰ ਤੇ ਐਜੂਕੇਸ਼ਨ ਸੈਕਟਰ। ਕੱਲ੍ਹ ਤਾਂ ਨਵੀਂ ਉਪਮਾ ਦੇ ਦਿੱਤੀ ਅਰਵਿੰਦ ਕੇਜਰੀਵਾਲ ਨੇ, ਕੇਂਦਰ ਜੈਨ ਤੇ ਮਨੀਸ਼ ਸਿਸੋਦੀਆ ਤੇ ਅੱਜ ਭਗਤ ਸਿੰਘ ਹੈ, ਠੀਕ ਹੈ ਨਾ ਜੀ। ਸੋ ਇਹ ਉਹ ਮਾਸਟਰੀ ਉਹ ਹਾਕਮ ਹੈ ਉਹਨਾਂ ਦੇ ਕੋਲ ਤੇ ਇਹ ਸਾਰਾ ਕੁਝ ਸਿਆਸੀ ਹੈ। ਇਹਦੇ 'ਚ ਕੌਣ ਕੀ ਕਰ ਰਿਹਾ, ਕੁਝ ਚੀਜ਼ਾਂ ਜਿਹੜੀਆਂ ਸਾਡੇ ਸਾਹਮਣੇ ਆ ਜਾਂਦੀਆਂ, ਕੁਝ ਚੀਜ਼ਾਂ ਨੂੰ ਕੋਸ਼ਿਸ਼ ਕਰ ਰਹੀ। ਅੱਛਾ ਦਸਾਂਝ ਸਾਹਿਬ, ਲਾਸਟ 'ਚ ਮੈਂ ਤੁਹਾਨੂੰ ਪੁੱਛਣਾ ਕਿ ਇੱਕ ਤਾਂ ਆਮ ਆਦਮੀ ਪਾਰਟੀ ਫੈਸਲੇ ਲੈਂਦੀ ਬੜੀ ਤੇਜ਼ੀ ਨਾਲ ਹੈ, ਫਿਰ ਵਾਪਸ ਵੀ ਉਸੇ ਤੇਜ਼ੀ ਨਾਲ ਲੈਂਦੀ ਹੈ। ਹੁਣ ਆਟਾ ਦਾਲ ਸਕੀਮ ਵਾਲਾ ਫੈਸਲਾ ਜਿਹੜਾ ਆਟਾ ਘਰ ਘਰ ਪਹੁੰਚਾਉਣ ਵਾਲਾ ਸੀ, ਉਹਦੇ ਵਿੱਚ ਤਬਦੀਲੀ ਦੇ ਸੰਕੇਤ ਆ ਰਹੇ ਆ ਵੀ ਉਹ ਸ਼ਾਇਦ ਵਾਪਸ ਲਿਆ ਜਾਵੇ। ਇਸੇ ਤਰ੍ਹਾਂ ਹੀ ਜਿਹੜੀ ਐਕਸਾਈਜ਼ ਪਾਲਿਸੀ ਬਣੀ ਸੀ ਉਹਨੂੰ ਵਾਪਸ ਲੈਣ ਦੀ ਗੱਲ ਚੱਲ ਰਹੀ ਆ, ਬਹੁਤ ਸਾਰੀਆਂ ਚੀਜ਼ਾਂ ਵਾਪਸ ਲੈਣ ਦੀ। ਤੇ ਦੂਜੀ ਇੱਕ ਗੱਲ ਜਿਹੜੀ ਬੜੀ ਚਰਚਾ 'ਚ ਆ, ਖਾਸ ਕਰਕੇ ਸੋਸ਼ਲ ਮੀਡੀਆ ਤੇ ਲੋਕੀ ਹੁਣ ਤੇ ਉਹਦੀ ਵੀ ਮਮਿਕਰੀ ਜੀ ਬਣਾ ਕੇ ਲਾਪੇ ਪਾਉਣ ਕਿ ਜਿਹੜੀ ਨਵੀਂ ਬਣੀ ਸਰਕਾਰ ਹੈ, ਇਹਦੇ ਮੰਤਰੀ ਤੇ ਇਹਨਾਂ ਦਾ ਪਰਿਵਾਰ, ਉਹ ਸਾਰੇ ਇਹ ਮਹਿਸੂਸ ਕਰਦੇ ਕਿ ਅਸੀਂ ਸਾਰੇ ਮੰਤਰੀ ਆ। ਪਹਿਲੀਆਂ ਸਰਕਾਰਾਂ 'ਚ ਵੀ ਹੁੰਦਾ ਸੀ ਇਦਾਂ, ਕੋਈ ਪਰਿਵਾਰ ਜਿਹੜੇ ਪੋਲੀਟੀਕਲ ਪਰਿਵਾਰ ਆ ਉਹ ਆਪਣੀ ਹਉਮੈ ਤੇ ਰੱਖਦੇ ਸੀ, ਪਰ ਇਦਾਂ ਨਹੀਂ ਸੀ ਕਦੀ ਹੋਇਆ। ਮੈਂ ਅਮਨ ਅਰੋੜਾ ਦਾ ਪਰਿਵਾਰ ਦੇਖਦਾ, ਉਹਦੀ ਮਦਰ ਕਦੀ ਦੁਕਾਨ ਦਾ ਉਦਘਾਟਨ ਕਰਨ ਜਾ ਰਹੀ ਹੈ ਤੇ ਅਮਨ ਅਰੋੜਾ ਬੜੇ ਮਾਣ ਨਾਲ ਲਿਖਦੇ ਆ ਕਿ ਮੇਰੀ ਜਗ੍ਹਾ ਮੇਰੀ ਮਾਤਾ ਜੀ ਨੇ ਫਲਾਣੀ ਜਗ੍ਹਾ ਉਦਘਾਟਨ ਕੀਤਾ ਜਾਂ ਮੇਰੀ ਵਾਈਫ ਨੇ ਕੀਤਾ। ਇਸੇ ਤਰ੍ਹਾਂ ਹੀ ਭਗਵੰਤ ਮਾਨ ਦਾ ਪਰਿਵਾਰ ਤੁਰਿਆ ਫਿਰਦਾ ਜੀ, ਉਹਨਾਂ ਦੀ ਸਿਸਟਰ ਵੀ ਤੁਰੀ ਫਿਰਦੇ, ਉਹਨਾਂ ਦੀ ਵਾਈਫ ਵੀ ਤੁਰੀ ਫਿਰਦੀ, ਉਹਨਾਂ ਦੇ ਮਦਰ ਵੀ। ਉਹ ਕਿਸ ਹਸੀਅਤ 'ਚ ਜਿਹੜੇ ਇਹ ਸਮਾਗਮ ਜਿਹੜੇ ਕਰੀ ਫਿਰਦੇ ਆ ਤੇ ਇਹ ਬੜੀ ਚਰਚਾ 'ਚ ਆ ਵੀ ਕਿਸ ਤਰ੍ਹਾਂ ਦੀ ਸਰਕਾਰ ਆ ਕਿ ਟੱਬਰਾਂ ਦੀ ਸਰਕਾਰ ਹੋ ਗਈ ਜੀ ਹੁਣੇ। ਨੰਬਰ 1 ਤਾਂ ਇਹ ਆ ਵੀ ਜਿਹੜੀਆਂ ਸਕੀਮਾਂ ਨੇ, ਐਕਸਾਈਜ਼ ਪਾਲਿਸੀ ਹੈ ਜਾਂ ਤੁਸੀਂ ਜ਼ਿਕਰ ਕੀਤਾ ਘਰ ਘਰ ਰਾਸ਼ਨ ਵਾਲੀ ਜਿਹੜੀ ਯੋਜਨਾ, ਇਹਦੇ 'ਚ ਦਬਾਅ ਬਣ ਗਿਆ ਸਰਕਾਰ 'ਤੇ, ਕਿਉਂਕਿ ਇਹਦੇ 'ਚ ਹੁਣ ਘਰ ਘਰ ਰਾਸ਼ਨ ਪਹੁੰਚਾਉਣ ਦੀ ਯੋਜਨਾ ਦੇ ਉੱਤੇ ਰੋਕ ਲਾਤੀ ਹੈ, ਹਾਈ ਕੋਰਟ ਨੇ ਰੋਕ ਲਾਤੀ ਹੈ।
ਐਕਸਾਈਜ਼ ਪਾਲਿਸੀ ਵੀ ਚੈਲੰਜ ਹੈ, ਇਸ ਕਰਕੇ ਗੱਲਾਂ ਹੋ ਰਹੀਆਂ ਵੀ ਸ਼ਾਇਦ ਉਹ ਵਾਪਸ ਲੈ ਲੈਣ। ਸੋ ਇਹਦੇ ਲਈ ਮੈਨੂੰ ਲੱਗਦਾ ਹੈ ਕਿ ਸਰਕਾਰ ਨੂੰ ਆਪਣੀ ਕਾਰਗੁਜ਼ਾਰੀ ਤੇ ਰੀਥਿੰਕ ਕਰਨਾ ਚਾਹੀਦਾ ਹੈ ਤੇ ਇਹ ਜ਼ਰੂਰ ਸੋਚਣਾ ਚਾਹੀਦਾ ਹੈ ਵੀ ਜੇ ਅਸੀਂ ਕੁਝ ਲੈ ਕੇ ਆ ਰਹੇ ਯੋਜਨਾ ਕੋਈ, ਉਹ ਇੰਪਲੀਮੈਂਟ ਹੋ ਸਕਦੀ ਹੈ ਜਾਂ ਨਹੀਂ ਹੋ ਸਕਦੀ। ਦਿਖਾਵੇ ਦੀ ਸਿਆਸਤ ਕਰਨ ਦੀ ਥਾਂ ਦੇ ਉੱਤੇ ਅਮਲ ਦੇ ਵਿੱਚ ਜਿਹੜੀ ਹੈ ਹਕੀਕੀ ਪੋਲਿਟਿਕਸ ਕਰਨ ਦੀ ਜਿਹੜੀ ਜ਼ਰੂਰਤ ਹੈ। ਹਕੀਕੀ ਪੋਲਿਟਿਕਸ ਦਾ ਇਹ ਮਾਮਲਾ ਜੁੜਿਆ ਹੋਇਆ ਜਿਹੜਾ ਤੁਸੀਂ ਕਿਹਾ ਕਿ ਐਂ ਲੱਗਦਾ ਕਿ ਜਿੱਦਾਂ ਸਾਰਾ ਟੱਬਰ ਹੀ ਜਿਹੜਾ ਰਾਜ ਕਰਨ ਲੱਗ ਪਿਆ। ਮੈਨੂੰ ਲੱਗਦਾ ਇਹ ਚੰਗੀ ਗੱਲ ਨਹੀਂ ਹੈ, ਕੋਈ ਚੰਗੀ ਪਰੰਪਰਾ ਨਹੀਂ ਹੈ ਵੀ ਹਾਂ ਪਰਿਵਾਰ ਜਿਹੜੇ ਆ ਉਹ ਇਸ ਤਰ੍ਹਾਂ ਨਿਕਲ ਪੈਣ ਤੇ ਐ ਲੱਗੇ ਵੀ ਹਾਂ ਵੀ ਅਸੀਂ ਵੀ ਨਾਲ ਹੀ ਮੰਤਰੀ ਹਾਂ ਤੇ ਅਸੀਂ ਵੀ ਨਾਲ ਹੀ MLA ਹਾਂ। ਤੇ ਇਹਦੇ ਨਾਲ ਆਮ ਆਦਮੀ ਪਾਰਟੀ ਦੇ ਖਿਲਾਫ ਹੀ ਇੱਕ ਮਾਹੌਲ ਬਣੇਗਾ ਵੀ ਜਿਹੜੇ ਇਹ ਕਹਿੰਦੇ ਆ ਪਰਿਵਾਰਵਾਦ ਦੇ ਖਿਲਾਫ ਗੱਲਾਂ ਕਰਦੇ ਆ, ਖੁਦ ਉਹਦੇ ਚ ਗਰਸੇ ਗਏ ਨੇ ਬਹੁਤ ਬੁਰੀ ਤਰ੍ਹਾਂ। ਤੇ ਪਰ ਫਿਰ ਵੀ ਇਹ ਥੱਲੇ ਜਿਹੜੇ ਲੋਕ ਹੁੰਦੇ ਆ ਉਹ ਸੋਚ ਲੈਂਦੇ ਆ ਵੀ ਫਲਾਨਾ MLA ਆ, ਫਲਾਣਾ ਮੰਤਰੀ ਆ, ਉਹ ਉੱਥੇ ਤੱਕ ਤਾਂ ਨਹੀਂ ਪਹੁੰਚਣਾ। ਚਲੋ ਇਹਨਾਂ ਦੇ ਘਰਦਿਆਂ ਦੇ ਨਾਲ ਹੀ ਕੋਈ ਨਾ ਕੋਈ ਨੇੜਤਾ ਬਣਾ ਲਈ ਜਾਏ ਤੇ ਫਿਰ ਉਹਨਾਂ ਨੂੰ ਵੱਖ-ਵੱਖ ਜਿਹੜੇ ਸਥਾਨਕ ਪੱਧਰ ਦੇ ਜਿਹੜੇ ਸਮਾਗਮ ਹੁੰਦੇ ਉਹਨਾਂ ਵਾਸਤੇ ਜਿਹੜਾ ਆ ਇਨਵਾਈਟ ਕੀਤਾ ਜਾਂਦਾ ਹੈ ਵਿਸ਼ੇਸ਼ ਤੌਰ ਦੇ ਉੱਤੇ, ਤੇ ਉਹਦੇ ਚ ਅਗਲੇ ਵੀ ਮਾਣ ਮਹਿਸੂਸ ਕਰਦੇ ਆ। ਪਰ ਇਹ ਕੋਈ ਚੰਗੀ ਗੱਲ ਨਹੀਂ ਹੈ, ਇਹਦੇ ਤੋਂ ਬਚਣਾ ਚਾਹੀਦਾ ਹੈ। ਖਾਸ ਤੌਰ ਤੇ ਇਹਨੂੰ ਕੋਈ ਸੈਲੀਬ੍ਰੇਟ ਕਰਨ ਦੀ ਥਾਂ ਤੇ, ਜਿੱਦਾਂ ਤੁਸੀਂ ਅਮਨ ਅਰੋੜਾ ਦਾ ਜ਼ਿਕਰ ਕੀਤਾ, ਸੈਲੀਬ੍ਰੇਟ ਕਰਨ ਦੀ ਥਾਂ ਦੇ ਉੱਤੇ ਸਗੋਂ ਇਹਦੇ ਤੇ ਇੱਕ ਨੀਤੀ ਤੈਅ ਕਰਨੀ ਚਾਹੀਦੀ ਹੈ ਤੇ ਆਪਣੇ ਪਰਿਵਾਰ ਨਾਲ ਇਸ ਢੰਗ ਨਾਲ ਰਾਬਤਾ ਤਾਂ ਕਾਇਮ ਕਰਨਾ ਚਾਹੀਦਾ ਵੀ ਠੀਕ ਹੈ ਜਨਤਕ ਤੌਰ ਤੇ ਤੁਸੀਂ ਜਿੱਥੇ ਮਰਜ਼ੀ ਵਿਚਰੋ, ਪਰ ਸਰਕਾਰੀ ਕੰਮਾਂ ਦੇ ਸਰਕਾਰੀ ਪ੍ਰੋਜੈਕਟਾਂ ਦੇ ਉਦਘਾਟਨਾਂ ਤੇ ਜਾਣਾ ਤੇ ਸਰਕਾਰ ਦੇ ਹਿੱਸੇ ਦੇ ਤੌਰ ਦੇ ਉੱਤੇ ਇਹ ਦਰੁਸਤ ਨਹੀਂ ਹੈ। ਜੀ ਜੀ ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਜੀ। ਸਵਾਲ ਤਾਂ ਕਾਫੀ ਨੇ ਜੋ ਬਾਅਦ ਚ ਅਗਲੇ ਕੱਲ ਦੇ ਲਈ ਰੱਖਦੇ ਰਾਖਵੇਂ ਆਪਾਂ, ਤੇ ਸਮਾਂ ਆਪਣਾ ਹੋ ਗਿਆ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਤੁਹਾਡਾ। ਕੱਲ ਨੂੰ ਦੁਬਾਰਾ ਮਿਲਦੇ ਹਾਂ ਜੀ। ਮਿਹਰਬਾਨੀ, ਸ਼ੁਕਰੀਆ। ਖਬਰਾਂ ਤੇ ਪੈਣੀ ਨਿਗਾਹ ਰੱਖਦਾ, ਹਰ ਖਬਰ ਦੀ ਪੁਣਛਾਣ ਕਰਕੇ ਉਸ ਦੀ